क्वेश्चन नंबर 1 ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਤੇ ਕੁਐਸਚਨ ਨੰਬਰ 2 ਹੈ ਜੀ ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਦੇਖੋ ਇਹ ਨੇੜਲੀ ਦਹਾਈ ਤੇ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਿੱਦਾਂ ਕਰਨਾ ਹੈ, ਪਹਿਲਾਂ ਮੈਂ ਤੁਹਾਨੂੰ ਦੋ ਐਗਜ਼ਾਮਪਲਸ ਰਾਹੀਂ ਜੋ ਹੈ ਸਮਝਾਣਾ ਹਾਂ। हाँ जी, ਉਦਾਹਰਨ 1 ਸੰਖਿਆ 27 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਠੀਕ ਹੈ, ਹੁਣ ਇਸ ਨੂੰ ਜ਼ਰਾ ਸਮਝਣਾ ਵੀ ਅਸੀਂ ਦਹਾਈ ਦੇ ਵਿੱਚ ਨਿਕਟੀਕਰਨ ਕਿਵੇਂ ਕਰਨਾ ਹੈ। ਫਿਰ ਇਸੀ ਤੋਂ ਅਸੀਂ ਜੋ ਹੈ ਆਪਣਾ ਅਭਿਆਸ 1.6 ਦਾ 1.6 ਦਾ ਜੋ ਹੈ ਕੁਐਸਚਨ ਨੰਬਰ 1 ਕਰਾਂਗੇ। ਇਸ ਤੋਂ ਬਾਅਦ ਅਸੀਂ ਜੋ ਸੈਂਕੜੇ ਵਾਲਾ ਨਿਕਟੀਕਰਨ ਹੈ ਉਹ ਜੋ ਹੈ ਸਮਝਾਂਗੇ। ਹਾਂਜੀ, ਪਹਿਲਾਂ ਦਹਾਈ ਵਾਲਾ ਜੋ ਨਿਕਟੀਕਰਨ ਹੈ ਇਸ ਨੂੰ ਸਮਝ ਲੈਂਦੇ ਹਾਂ। ਦੇਖੋ ਸਾਡੇ ਕੋਲ ਸੰਖਿਆ ਹੈ, ਯਾਨੀ ਕਿ ਨੰਬਰ ਹੈ 27। ਹਾਂਜੀ, ਹੁਣ ਜ਼ਰਾ ਨੋਟ ਕਰਨਾ ਵੀ 27 ਜੋ ਹੈ ਸੰਖਿਆ 27 ਉਹ 20 ਅਤੇ 30 ਦੇ ਵਿਚਕਾਰ ਆਉਂਦੀ ਹੈ। ਦੇਖੋ ਸੰਖਿਆ 27 20 ਅਤੇ 30 ਦੇ ਵਿਚਕਾਰ ਆਉਂਦੀ ਹੈ। ਠੀਕ ਹੈ, ਇਹ ਤਾਂ ਮੰਨਦੇ ਹੋ ਨਾ ਤੁਸੀਂ ਵੀ ਜੋ 27 ਹੈ ਉਹ ਜੋ ਹੈ 20 ਔਰ 30 ਦੇ ਵਿਚਕਾਰ ਆਉਂਦਾ ਹੈ। ਇਹ ਸੰਖਿਆ 20 ਨਾਲੋਂ 30 ਦੇ ਜ਼ਿਆਦਾ ਨੇੜੇ ਹੈ। ਹੁਣ ਇਸ ਲਾਈਨ ਦਾ ਕੀ ਮਤਲਬ ਹੈ ਇਹ ਮੈਂ ਤੁਹਾਨੂੰ ਸਮਝਾਉਣਾ ਹਾਂ ਵੀ ਇਹ ਸੰਖਿਆ 20 ਨਾਲੋਂ 30 ਦੇ ਜ਼ਿਆਦਾ ਨੇੜੇ ਹੈ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 30 ਹੋਵੇਗਾ। ਹੁਣ ਇਸ ਨੂੰ ਜੋ ਹੈ ਨੀਚੇ ਜੋ ਇਹ ਥੱਲੇ ਸਕੇਲ ਦੇ ਰੱਖਿਆ ਹੈ ਨਾ, ਇਸ ਰਾਹੀਂ ਸਮਝਦੇ ਹਾਂ। ਦੇਖੋ ਅਸੀਂ ਕਰਨਾ ਕੀ ਹੈ, ਇੱਕ ਪਾਸੇ ਅਸੀਂ 20 ਤੇ 30 ਲਿਖ ਲੈਣਾ ਹੈ। ਠੀਕ ਹੈ, ਹੁਣ 20 ਔਰ 30 ਹੀ ਕਿਉਂ ਲਿਖਿਆ ਹੈ, ਇਹਦਾ ਕਾਰਨ ਹੈ ਵੀ ਸਾਡੇ ਕੋਲ ਜੋ ਸੰਖਿਆ ਹੈ ਨੰਬਰ ਹੈ ਉਹ 27 ਹੈ ਤੇ 27 ਜੋ ਹੈ ਉਹ 20 ਤੇ 30 ਦੇ ਵਿਚਕਾਰ ਆਉਂਦਾ ਹੈ। ਠੀਕ ਹੈ, ਇਸ ਕਰਕੇ ਅਸੀਂ 20 ਔਰ 30 ਲਿਖੇ ਨੇ ਤੇ ਇਹਨਾਂ ਦੇ ਵਿਚਕਾਰ ਜ਼ਰਾ ਧਿਆਨ ਨਾਲ ਨੋਟਿਸ ਕਰਨਾ 1 2 3 4 5 6 7 8 9। ਠੀਕ ਹੈ, ਤੁਸੀਂ ਜੋ ਹੈ ਦੇਖੋ 20 ਔਰ 30 ਦੀ ਜੋ ਲਾਈਨਾਂ ਨੇ ਉਹ ਜੋ ਹੈ ਕਾਲੀਆਂ ਵਾਲੀ ਲਾਈਨਾਂ ਦੇਖੋ ਬਲੈਕ ਕਲਰ ਵਾਲੀਆਂ, ਇਹ ਜੋ ਹੈ ਥੋੜੀ ਜੀ ਹਾਈਲਾਈਟਡ ਨੇ, ਥੋੜੀ ਜੀ ਮੋਟੀ ਲਾਈਨਾਂ ਨੇ ਤੇ ਥੋੜੀ ਵੱਡੀਆਂ ਲਾਈਨਾਂ ਨੇ। ਠੀਕ ਹੈ, ਬਾਕੀ ਜੋ ਲਾਈਨਸ ਨੇ ਨਾ ਉਹ ਛੋਟੀਆਂ ਨੇ। ਠੀਕ ਹੈ, 20 ਔਰ 30 ਦੀ ਤੁਸੀਂ ਜੋ ਹੈ ਦੋ ਲਾਈਨਾਂ ਕਾਲੀਆਂ ਮੋਟੀਆਂ ਬਣਾ ਲੈਣੀਆਂ ਹੈ ਤੇ ਉਹਨਾਂ ਦੇ ਵਿਚਕਾਰ ਤੁਸੀਂ 9 ਛੋਟੀਆਂ ਲਾਈਨਾਂ ਜੋ ਹੈ ਲਗਾ ਲੈਣੀਆਂ ਹੈ। ਠੀਕ ਹੈ, ਇਹ ਤੁਹਾਡਾ ਇੱਕ ਤਰ੍ਹਾਂ ਦਾ ਸਕੇਲ ਹੋ ਗਿਆ, ਜਿਵੇਂ ਤੁਹਾਡੇ ਕੋਲ ਤੁਸੀਂ ਆਪਣਾ ਫੁੱਟਾ ਯੂਜ਼ ਕਰਦੇ ਹੋ ਨਾ ਉੱਦਾਂ ਦਾ ਇਹ ਜੋ ਹੈ ਇੱਕ ਸਕੇਲ ਹੋ ਗਿਆ। ਹਾਂਜੀ, ਹੁਣ ਜ਼ਰਾ ਨੋਟਿਸ ਕਰਨਾ ਵੀ 20 ਤੋਂ ਬਾਅਦ ਇਹ ਜੋ ਪਹਿਲੀ ਵਾਲੀ ਛੋਟੀ ਲਾਈਨ ਹੈ ਇਹ ਹੋ ਗਈ 21 ਦੀ। ਠੀਕ ਹੈ, ਮੈਂ ਲਿਖ ਦੇਣਾ ਥੱਲੇ, ਇਹ ਹੋ ਗਈ 21 ਦੀ। ਫਿਰ ਇਹ ਜੋ ਹੈ ਲਾਈਨ ਇਹ ਹੋ ਗਈ 22 ਦੀ। ਫਿਰ ਇਹ ਹੈ ਅਗਲੀ ਵਾਲੀ ਤੀਜੀ ਲਾਈਨ 23 ਦੀ। ਫਿਰ 24 ਤੇ 25 ਜੋ ਹੈ ਲਿਖਿਆ ਹੋਇਆ। ਠੀਕ ਹੈ, ਇਸ ਤੋਂ ਬਾਅਦ 26, ਇਹ 27, 28 ਤੇ 29। ਇਸ ਤੋਂ ਬਾਅਦ 29 ਤੋਂ ਬਾਅਦ 30 ਜੋ ਹੈ ਉਹ ਲਿਖਿਆ ਹੋਇਆ ਹੈ। ਹਾਂਜੀ, ਤੇ 25 ਤੇ 27 ਵੀ ਲਿਖੇ ਹੋਏ ਹੈ, ਦੇਖ ਸਕਦੇ ਹੋ ਤੁਸੀਂ। 25 ਜੋ ਹੈ ਉਹ ਰੈੱਡ ਕਲਰ ਦੇ ਨਾਲ ਤੇ ਜੋ 27 ਹੈ ਉਹ ਗ੍ਰੀਨ ਕਲਰ ਦੇ ਨਾਲ ਜੋ ਹੈ ਲਿਖਿਆ ਹੋਇਆ ਹੈ। ਹੁਣ ਇਹਨਾਂ ਲਾਈਨਸ ਤੋਂ ਸਾਨੂੰ ਕੀ ਜੋ ਹੈ ਸਮਝਣਾ ਹੈ। ਦੇਖੋ ਅਗਰ ਤਾਂ ਜੋ ਸਾਡੀ ਸੰਖਿਆ ਹੈ, ਜਿਵੇਂ ਸਾਡੇ ਕੋਲ ਸੰਖਿਆ ਦਿੱਤੀ ਹੋਈ ਹੈ 27, ਅਗਰ ਉਹ 20 ਔਰ 30 ਦੇ ਅੱਧ ਤੋਂ ਜ਼ਿਆਦਾ ਹੈ। ਹੁਣ 20 ਔਰ 30 ਦਾ ਅੱਧ ਕੀ ਹੋਏਗਾ, ਦੇਖੋ ਜਿਹੜਾ 25 ਹੈ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਉਹਨਾਂ ਨੇ 25 ਨੂੰ ਕਿਉਂ ਜੋ ਹੈ ਦਿਖਾਇਆ ਹੈ 21 22 23 24 ਜਾਂ 27 28 29 ਨੂੰ ਕਿਉਂ ਨਹੀਂ ਦਿਖਾਇਆ ਉਹਨਾਂ ਨੇ ਲਿਖ ਕੇ। ਦੇਖੋ 25 ਕੀ ਹੈ ਉਹ ਨਾ 20 ਔਰ 30 ਦੇ ਬਿਲਕੁਲ ਅੱਧ ਵਿਚਕਾਰ 'ਚ ਆਉਂਦਾ ਹੈ। ਠੀਕ ਹੈ, ਵੀ ਅਸੀਂ ਇਹ ਕਹਿ ਸਕਦੇ ਹਾਂ ਵੀ ਜੋ ਇਹ 25 ਹੈ ਨਾ ਇਹ 20 ਤੇ 30 ਦਾ ਅੱਧ ਹੈ। ਠੀਕ ਹੈ, ਹਾਂਜੀ, ਤੇ ਜੋ 27 ਹੈ ਨਾ ਉਹ 25 ਤੋਂ ਇਸ ਪਾਸੇ ਨੂੰ ਆ ਰਿਹਾ ਹੈ। ਜ਼ਰਾ ਧਿਆਨ ਨਾਲ ਨੋਟਿਸ ਕਰਨਾ। ਦੇਖੋ ਥੋੜਾ ਜਿਹਾ ਨਾ ਇਹ ਕਨਫਿਊਜ਼ਨ ਹੋ ਰਹੀ ਹੈ ਤੇ ਮੈਂ ਇਸ ਨੂੰ ਇਰੇਜ਼ ਕਰ ਰਿਹਾ ਹਾਂ। ਜੋ ਕੁਝ ਵੀ ਮੈਂ ਇਹ ਲਿਖਿਆ ਹੈ ਮੈਂ ਫਿਰ ਤੋਂ ਦੁਬਾਰਾ ਜੋ ਹੈ ਤੁਹਾਨੂੰ ਸਮਝਾਉਣਾ ਹਾਂ। ਹਾਂਜੀ, ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਇਹ ਜੋ ਹੈ ਇਹ 25 ਜੋ ਹੈ ਇਹ 20 ਤੇ 30 ਦਾ ਅੱਧ ਹੋ ਗਿਆ। ਠੀਕ ਹੈ, ਜਿਹੜਾ ਇਹ 27 ਹੈ ਨਾ ਜੋ ਸੰਖਿਆ ਸਾਨੂੰ ਦਿੱਤੀ ਹੋਈ ਸੀ, ਠੀਕ ਹੈ, ਇਹ ਵਾਲਾ 27 ਇਹ ਨਾ 25 ਤੋਂ ਇਸ ਪਾਸੇ ਨੂੰ ਆ ਰਿਹਾ ਹੈ
ਤੇ ਇਹ ਵਾਲਾ ਜਿਹੜਾ ਸਾਈਡ ਹੈ ਨਾ ਇਸ ਤਰਫ ਵਾਲਾ, ਠੀਕ ਹੈ, ਇਹ ਜੋ ਸਾਈਡ ਹੈ ਇਹ ਜੋ ਹੈ 30 ਦੇ ਨੇੜੇ ਵਾਲੀ ਸਾਈਡ ਹੈ, ਠੀਕ ਹੈ। ਅਗਰ ਮੰਨ ਲਓ ਕਿ ਸਾਨੂੰ ਜੋ ਹੈ ਅਗਰ ਇਹਨਾਂ ਨੇ 24 ਦਿੱਤਾ ਹੁੰਦਾ ਜਾਂ 23 ਮੰਨ ਲਓ, ਠੀਕ ਹੈ, ਸਾਨੂੰ 23 ਦਿੱਤਾ ਹੁੰਦਾ ਤਾਂ ਉਹ 25 ਤੋਂ ਇਸ ਤਰਫ ਆ ਰਿਹਾ ਸੀ, ਠੀਕ ਹੈ, ਤਾਂ ਉਹ ਜੋ ਹੈ 20 ਦੇ ਨੇੜੇ ਹੁੰਦਾ, ਕਿਉਂਕਿ ਹੁਣ ਸਾਡੇ ਕੋਲ ਜੋ ਸੰਖਿਆ ਦਿੱਤੀ ਹੋਈ ਹੈ ਉਹ 27 ਹੈ, ਤਾਂ ਉਹ ਜੋ ਹੈ 30 ਦੇ ਨੇੜੇ ਆ ਰਹੀ ਹੈ। ਇਸ ਕਰਕੇ ਅਸੀਂ ਇਹ ਲਿਖਾਂਗੇ ਵੀ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 30 ਹੋਵੇਗਾ। ਜੋ 20 ਔਰ 30 ਦਾ ਅੱਧ ਹੈ 25, ਉਸ ਤੋਂ ਜੋ ਹੈ ਇਹ ਸੱਜੇ ਪਾਸੇ ਨੂੰ, ਠੀਕ ਹੈ, ਜੋ 27 ਹੈ ਉਹ ਜੋ ਹੈ 25 ਦੇ ਸੱਜੇ ਪਾਸੇ ਨੂੰ 30 ਵਾਲੇ ਪਾਸੇ ਨੂੰ ਆ ਰਿਹਾ ਹੈ। ਇਸ ਕਰਕੇ ਅਸੀਂ ਇਹ ਲਿਖਾਂਗੇ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 30 ਹੋਵੇਗਾ। ਅਗਰ ਤੁਹਾਨੂੰ ਲੱਗਦਾ ਹੈ ਕਿ ਕੁਝ ਸਮਝ ਨਹੀਂ ਆਇਆ ਹੈ, ਇੱਕ ਹੋਰ ਉਦਾਹਰਨ ਦੇ ਨਾਲ ਜੋ ਹੈ ਸਮਝਾ ਦੇਣਾ ਹਾਂ। ਤੇ ਅਗਰ ਤਾਂ ਵੀ ਅਗਰ ਕੁਝ ਲੱਗਿਆ ਵੀ ਮੈਂ ਨਹੀਂ ਸਮਝਾ ਪਾ ਰਿਹਾ ਹਾਂ ਤੁਹਾਨੂੰ, ਮੈਨੂੰ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ, ਮੈਂ ਫਿਰ ਕਿਸੇ ਹੋਰ ਮੈਥਡ ਦੇ ਨਾਲ ਟਰਾਈ ਕਰਾਂਗਾ, ਠੀਕ ਹੈ। ਚਲੋ ਹੁਣ ਸੰਖਿਆ 86 ਦੇ ਰੱਖੀ ਹੈ, ਇਸ ਦਾ ਇਹਨਾਂ ਨੇ ਕਿਹਾ ਹੈ ਸਾਨੂੰ ਦਹਾਈ ਵਿੱਚ ਨਿਕਟੀਕਰਨ ਕਰੋ। ਹੁਣ ਦੇਖੋ ਜੋ 86 ਹੈ ਇੱਥੇ ਇਹਨਾਂ ਨੇ ਲਿਖਿਆ ਹੈ ਨਾ ਸੰਖਿਆ 86 80 ਅਤੇ 90 ਦੇ ਵਿਚਕਾਰ ਆਉਂਦੀ ਹੈ, ਠੀਕ ਹੈ। ਇਸ ਚੀਜ਼ ਨੂੰ ਨੋਟਿਸ ਕਰਨਾ ਵੀ ਜੋ ਸੰਖਿਆ 86 ਹੈ ਉਹ 80 ਤੇ 90 ਦੇ ਵਿਚਕਾਰ ਆਉਂਦੀ ਹੈ। ਹਾਂਜੀ, ਅਸੀਂ ਉੱਦਾਂ ਹੀ ਜੋ ਸਕੇਲ ਹੈ ਉਹ ਬਣਾ ਲੈਣਾ ਹੈ, ਇੱਕ ਪਾਸੇ 80 ਇੱਕ ਪਾਸੇ 90 ਲਿਖ ਦੇਣਾ ਹੈ, ਤੇ ਥੱਲੇ ਜੋ ਹੈ ਕਾਲੀ ਮੋਟੀ ਲਾਈਨਸ ਜੋ ਹੈ ਅਸੀਂ ਬਣਾ ਲੈਣੀਆਂ ਨੇ, ਇਹ ਦੇਖ ਸਕਦੇ ਹੋ ਤੁਸੀਂ, ਠੀਕ ਹੈ। 80 ਦੀ ਇੱਕ ਮੋਟੀ ਕਾਲੀ ਲਾਈਨ ਹੈ ਤੇ ਇੱਕ 90 ਦੀ ਹੈ, ਇਹਨਾਂ ਦੇ ਵਿਚਕਾਰ ਅਸੀਂ 9 ਜੋ ਹੈ ਉਹ ਛੋਟੀਆਂ ਲਾਈਨਾਂ ਬਣਾਉਣੀਆਂ ਨੇ। ਇਹ ਹੋ ਗਈ 81 ਦੀ, ਠੀਕ ਹੈ, ਇਹ ਹੋ ਗਈ 82 ਦੀ, ਤੀਜੀ ਵਾਲੀ ਹੋ ਗਈ 83 ਦੀ, ਚੌਥੀ ਵਾਲੀ 84 ਦੀ, 85 86 ਲਿਖਿਆ ਹੋਇਆ ਹੈ, ਤੇ ਇਸ ਤੋਂ ਬਾਅਦ ਇਹ 87 ਹੋ ਗਿਆ, ਇਹ 88 ਹੋ ਗਿਆ, ਇੱਦਾਂ ਹੀ ਇਹ 99 ਹੋ ਗਿਆ। 80 ਤੇ 90 ਦੇ ਵਿਚਕਾਰ ਤੁਸੀਂ ਜੋ ਹੈ ਛੋਟੀਆਂ ਜੋ ਹੈ ਉਹ 9 ਲਾਈਨਸ ਜੋ ਹੈ ਲਗਾ ਲੈਣੀਆਂ ਨੇ, ਠੀਕ ਹੈ। ਹਾਂਜੀ, ਹੁਣ ਜ਼ਰਾ ਨੋਟਿਸ ਕਰੋ ਸਾਡੀ ਸੰਖਿਆ ਕਿਹੜੀ ਸੀ, ਸਾਡੀ ਸੰਖਿਆ ਸੀ 86। ਹੁਣ ਦੇਖੋ 80 ਤੇ 90 ਦਾ ਅੱਧ ਕੀ ਹੈ, ਉਹ ਹੈ 85। ਦੇਖੋ ਇਹਨਾਂ ਨੇ ਸਪੈਸ਼ਲੀ ਲਿਖਿਆ ਹੋਇਆ ਨਾ 85, ਠੀਕ ਹੈ। 86 ਤਾਂ ਲਿਖਿਆ ਹੋਇਆ ਕਿਉਂਕਿ ਉਹ ਸੰਖਿਆ ਸਾਨੂੰ ਇਸ ਕੁਐਸਚਨ ਦੇ ਵਿੱਚ ਦੇ ਰੱਖੀ ਹੈ ਉਹਨਾਂ ਨੇ। ਤੁਸੀਂ ਨੋਟਿਸ ਕਰਨਾ ਹੈ ਵੀ 80 ਤੇ 90 ਦਾ ਅੱਧ ਕੀ ਹੈ, ਅੱਧ ਯਾਨੀ ਕਿ ਜੋ ਉਸ ਦਾ ਮਿਡਲ ਨੰਬਰ ਕੀ ਹੈ, 80 ਤੇ 90 ਦਾ ਹਾਫ ਕਿੰਨਾ ਹੋਏਗਾ, ਠੀਕ ਹੈ। ਤਾਂ ਵਿਚਕਾਰ ਦੀ ਗੱਲ ਕਰੀਏ ਤਾਂ 85 ਜੋ ਹੈ ਬਿਲਕੁਲ ਇਹਨਾਂ ਦੇ ਮਿਡ ਦੇ ਵਿੱਚ ਆਉਂਦਾ ਹੈ, ਬਿਲਕੁਲ ਜੋ ਹੈ ਉਹ ਹਾਫ ਦੇ ਵਿੱਚ ਆਉਂਦਾ ਹੈ, ਠੀਕ ਹੈ। ਹਾਂਜੀ, ਹੁਣ ਅਸੀਂ ਇਹ ਵੇਖਣਾ ਹੈ ਵੀ ਜੋ ਸਾਡੀ ਸੰਖਿਆ ਹੈ ਜਿਵੇਂ 86 ਹੈ ਉਹ 85 ਤੋਂ ਸੱਜੇ ਪਾਸੇ ਨੂੰ ਹੈ ਕਿ ਖੱਬੇ ਪਾਸੇ ਨੂੰ ਹੈ। ਦੇਖੋ 86 ਜੋ ਹੈ ਉਹ 85 ਤੋਂ, ਦੇਖੋ ਇਹ 85 ਤੋਂ ਇਸ ਤਰਫ ਨੂੰ ਆਉਂਦਾ ਹੈ, ਠੀਕ ਹੈ, ਤੇ ਇਹ ਵਾਲਾ ਜੋ ਪਾਸਾ ਹੈ ਨਾ ਇਹ 90 ਦੇ ਨੇੜੇ ਹੈ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਣਾ ਹੈ, ਠੀਕ ਹੈ। ਅਗਰ ਸਾਨੂੰ ਇੱਥੇ ਬਾਈ ਚਾਂਸ ਮੰਨ ਲਓ ਉਹਨਾਂ ਨੇ ਸਾਨੂੰ 84 ਦਿੱਤਾ ਹੁੰਦਾ, ਠੀਕ ਹੈ, 84 ਜੋ ਹੈ ਸੰਖਿਆ ਦਿੱਤੀ ਹੁੰਦੀ ਤਾਂ ਉਹ 85 ਦੇ ਖੱਬੇ ਪਾਸੇ ਨੂੰ ਆ ਰਹੀ ਸੀ, ਠੀਕ ਹੈ। ਉਹ ਜੋ ਹੈ 84 ਜੋ ਹੈ ਉਹ 85 ਦੇ ਖੱਬੇ ਪਾਸੇ ਨੂੰ ਆ ਰਿਹਾ ਸੀ, ਉਹ ਜੋ ਹੈ 80 ਵਾਲੇ ਪਾਸੇ ਨੂੰ ਹੈ ਜ਼ਿਆਦਾ ਨੇੜੇ, ਤਾਂ ਫਿਰ ਸਾਡਾ ਆਨਸਰ 80 ਹੁੰਦਾ। ਪਰ ਹੁਣ ਕਿਉਂਕਿ 86 ਹੈ ਸਾਡੀ ਸੰਖਿਆ ਤਾਂ ਉਹ ਜੋ ਹੈ 85 ਤੋਂ ਸੱਜੇ ਪਾਸੇ ਨੂੰ ਆ ਰਹੀ ਹੈ, ਤੇ ਸੱਜਾ ਪਾਸਾ ਜੋ ਹੈ ਉਹ 90 ਦੇ ਜੋ ਹੈ ਜ਼ਿਆਦਾ ਜੋ ਹੈ ਉਹ ਨੇੜੇ ਹੈ। ਤਾਂ ਆਪਾਂ ਜੋ ਆਪਣਾ ਆਨਸਰ ਹੈ ਉਹ ਲਿਖਾਂਗੇ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 90 ਹੋਵੇਗਾ। ਦੇਖੋ ਮੈਂ ਜਿਵੇਂ ਸਮਝਾ ਸਕਦਾ ਸੀ ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ, ਬਾਕੀ ਅਗਰ ਕਿਸੇ ਬੱਚੇ ਨੂੰ ਕੁਝ ਨਹੀਂ ਸਮਝ ਆਇਆ ਹੈ ਮੈਨੂੰ ਕਮੈਂਟ ਦੇ ਵਿੱਚ ਥੱਲੇ ਜੋ ਹੈ ਜ਼ਰੂਰ ਦੱਸ ਦੇਣਾ, ਮੈਂ ਫਿਰ ਕਿਸੇ ਹੋਰ ਮੈਥਡ ਦੇ ਨਾਲ ਜੋ ਹੈ ਸਮਝਾਉਣ ਦੀ ਜੋ ਹੈ ਕੋਸ਼ਿਸ਼ ਕਰਾਂਗਾ। ਹਾਂਜੀ, देखो जो क्वेश्चन नंबर जो 2 है इसी एक्सरसाइज ਦਾ, ठीक है, 1.6 ਦਾ, ਉਹਦੇ ਵਿੱਚ ਕੀ ਹੈ ਵੀ ਹਾਲੇ ਤੱਕ ਅਸੀਂ ਸੈਂਕੜੇ ਵਿੱਚ ਦਹਾਈ ਵਿੱਚ ਨਿਕਟੀਕਰਨ ਕਰਨਾ ਜੋ ਹੈ ਸਿੱਖਿਆ ਹੈ। ਹੁਣ ਅਸੀਂ ਸੈਂਕੜੇ ਵਿੱਚ ਨਿਕਟੀਕਰਨ ਜੋ ਹੈ ਕਿਵੇਂ ਕਰਨਾ ਹੈ ਉਹ ਸਿੱਖਾਂਗੇ। ਸੰਖਿਆ 527 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਇੱਥੇ ਨਾ ਇੱਕ ਗੱਲ ਨੋਟਿਸ ਕਰਨਾ, ਜ਼ਰਾ ਧਿਆਨ ਨਾਲ ਦੇਖਣਾ, ਜਦੋਂ ਅਸੀਂ 86 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰਨਾ ਸੀ, ਅਸੀਂ ਜੋ ਹੈ ਇੱਕ ਮਿੰਟ ਜ਼ਰਾ
ਇਹ ਜੋ 80 ਔਰ 90 ਲਿੱਤੇ ਸੀ ਨਾ, ਇਹਨਾਂ ਦੇ ਵਿੱਚ ਜੋ ਇਕਾਈ ਦਾ ਅੰਕ ਹੈ, ਜੋ ਵਨਸ ਪਲੇਸ ਵਾਲਾ ਡਿਜਿਟ ਹੈ ਇੰਗਲਿਸ਼ ਦੇ ਵਿੱਚ, ਠੀਕ ਹੈ, ਉਸ ਨੂੰ 0 ਰੱਖਿਆ ਸੀ। ਯਾਨੀ ਕਿ ਜਿਵੇਂ 86 ਹੈ ਤਾਂ 86 ਵਾਸਤੇ ਅਸੀਂ 80 ਤੇ 90 ਲਿੱਤੇ, ਜਿਨ੍ਹਾਂ ਦੇ ਵਿੱਚ ਜੋ ਇਕਾਈ ਵਾਲਾ ਅੰਕ ਹੈ, ਵਨਸ ਪਲੇਸ ਵਾਲਾ ਡਿਜਿਟ ਹੈ, ਉਹ 0 ਲਿੱਤਾ, ਠੀਕ ਹੈ। ਹੁਣ ਅਗਰ ਅਸੀਂ ਸੈਂਕੜੇ ਵਾਲਾ ਨਿਕਟੀਕਰਨ ਕਰਨਾ ਹੈ ਨਾ, ਸੈਂਕੜਾ ਕਿਹੜਾ ਹੁੰਦਾ ਹੈ, ਤੀਜਾ ਜੋ ਅੰਕ ਹੁੰਦਾ ਹੈ ਉਸ ਨੂੰ ਅਸੀਂ ਜੋ ਹੈ ਸੈਂਕੜਾ ਕਹਿੰਦੇ ਹਾਂ, ਠੀਕ ਹੈ। ਜਿਵੇਂ 527 ਹੈ, 527 ਦੇ ਵਿੱਚ ਜਿਹੜਾ ਇਹ 5 ਹੈ ਨਾ, ਇਹ ਜੋ ਹੈ ਸੈਂਕੜੇ ਸਥਾਨ ਤੇ ਹੈ 5, ਠੀਕ ਹੈ। ਹਾਂਜੀ, ਜਿਹੜਾ 527 ਹੈ ਇਹਦੇ ਵਿੱਚ 5 ਜੋ ਹੈ ਉਹ ਸੈਂਕੜੇ ਸਥਾਨ ਤੇ ਹੈ। ਤਾਂ ਇੱਥੇ ਅਸੀਂ ਕੀ ਕਰਾਂਗੇ, ਜੋ ਇਕਾਈ ਤੇ ਦਹਾਈ ਵਾਲਾ ਜੋ ਅੰਕ ਹੈ ਉਸ ਨੂੰ ਅਸੀਂ 0 ਲੈਣਾ ਹੈ, ਠੀਕ ਹੈ। ਜਿਵੇਂ ਹੁਣ 527 ਹੈ ਨਾ, ਤਾਂ ਇਹ ਜੋ 527 ਹੈ ਉਹ 500 ਤੇ 600 ਦੇ ਵਿਚਕਾਰ ਅਸੀਂ ਜੋ ਹੈ ਇਸ ਨੂੰ ਲੈ ਕੇ ਚੱਲਣਾ ਹੈ। ਅਗਰ ਅਸੀਂ ਸੈਂਕੜੇ ਵਾਲਾ ਨਿਕਟੀਕਰਨ ਕਰ ਰਹੇ ਹਾਂ ਤਾਂ ਫਿਰ ਅਸੀਂ ਇਕਾਈ ਤੇ ਦਹਾਈ ਵਾਲਾ ਜੋ ਅੰਕ ਹੈ ਉਸ ਨੂੰ 0 ਲੈ ਕੇ ਚੱਲਣਾ ਹੈ। ਅਗਰ ਅਸੀਂ ਦਹਾਈ ਦਾ ਨਿਕਟੀਕਰਨ ਕਰ ਰਹੇ ਹਾਂ ਤਾਂ ਫਿਰ ਅਸੀਂ ਉਸ ਤੋਂ ਪਹਿਲੇ ਵਾਲਾ ਜੋ ਇਕਾਈ ਵਾਲਾ ਅੰਕ ਹੈ ਉਸ ਨੂੰ 0 ਜੋ ਹੈ ਯਾਨੀ ਕਿ 0 ਜੋ ਹੈ ਲੈ ਕੇ ਚੱਲਣਾ ਹੈ। ਹਾਂਜੀ, ਹੁਣ 527 ਹੈ ਤਾਂ ਜੋ 527 ਹੈ ਉਹ 500 ਤੇ 600 ਦੇ ਵਿਚਕਾਰ ਆਉਂਦਾ ਹੈ, ਠੀਕ ਹੈ। ਇਹ ਵਾਲੀ ਜੋ ਲਾਈਨ ਹੈ ਇਸ ਨੂੰ ਜ਼ਰਾ ਧਿਆਨ ਨਾਲ ਪੜ੍ਹ ਲਓ, ਠੀਕ ਹੈ। ਹਾਂਜੀ, ਹੁਣ ਮੈਨੂੰ ਇਹ ਦੱਸੋ ਵੀ 500, ਬਾਕੀ ਸਭ ਚੀਜ਼ਾਂ ਉਵੇਂ ਹੀ ਕਰਨੀਆਂ ਨੇ ਜਿਵੇਂ ਅਸੀਂ ਪਹਿਲੇ ਕਰਦੇ ਆਏ ਹਾਂ। 500 ਦੇ ਥੱਲੇ ਇੱਕ ਮੋਟੀ ਜਿਹੀ ਕਾਲੀ ਲਾਈਨ ਬਣਾ ਲੈਣੀ ਹੈ, 600 ਦੇ ਥੱਲੇ ਇੱਕ ਜੋ ਹੈ ਕਾਲੀ ਮੋਟੀ ਲਾਈਨ ਬਣਾ ਲੈਣੀ ਹੈ, ਤੇ ਇਹਨਾਂ ਦੇ ਵਿਚਕਾਰ 9 ਜੋ ਹੈ ਲਾਈਨਸ ਬਣਾਉਣੀਆਂ ਨੇ, ਠੀਕ ਹੈ, ਛੋਟੀਆਂ, ਠੀਕ ਹੈ। ਤੇ ਜੋ ਪਹਿਲੀ ਲਾਈਨ ਹੈ ਉਹ ਜੋ ਹੈ 510 ਦੀ ਹੈ, ਪਹਿਲੀ ਲਾਈਨ 510 ਦੀ ਹੈ, ਅਗਲੀ 520 ਦੀ ਹੈ, ਫਿਰ 530 ਦੀ ਹੈ, ਫਿਰ 540 ਦੀ ਹੈ, ਫਿਰ ਅੱਗੇ 550 ਲਿਖਿਆ ਹੋਇਆ ਹੈ, ਉਸ ਤੋਂ ਬਾਅਦ 560 ਦੀ ਹੈ, ਫਿਰ 570 ਦੀ ਹੈ, ਇੱਦਾਂ ਕਰਕੇ 580 590 ਆਏਗਾ, ਠੀਕ ਹੈ ਜੀ। ਹਾਂਜੀ, ਹੁਣ ਦੇਖੋ, ਅਗਰ ਮੈਂ ਤੁਹਾਨੂੰ ਇਹ ਪੁੱਛਾਂ ਵੀ 500 ਤੇ 600 ਦੇ ਅੱਧ ਵਿਚਕਾਰ ਕਿੰਨਾ ਜੋ ਹੈ, ਕਿੰਨੀ ਸੰਖਿਆ ਆਏਗੀ, ਤਾਂ ਸਾਫ਼ ਜੀ ਗੱਲ ਹੈ ਵੀ ਜੋ 550 ਹੈ, ਜੋ 550 ਹੈ ਯਾਨੀ ਕਿ 550, ਉਹ ਜੋ ਹੈ 500 ਤੇ 600 ਦਾ ਅੱਧ ਵਿਚਕਾਰ ਹੋਏਗਾ, ਬਿਲਕੁਲ ਮਿਡ ਦੇ ਵਿੱਚ ਆਏਗਾ, ਠੀਕ ਹੈ। ਇਹ ਮੰਨਦੇ ਹੋ ਨਾ, ਜੋ ਇਹਨਾਂ ਨੇ 550 ਲਿਖਿਆ ਹੈ ਨਾ, ਉਹ 500 ਤੇ 600 ਦਾ ਅੱਧ ਵਿਚਕਾਰ ਹੈ। ਹੁਣ ਸਾਡੀ ਸੰਖਿਆ ਕੀ ਸੀ, ਸਾਡੀ ਸੰਖਿਆ ਸੀ 527, ਇਹ ਤੁਸੀਂ ਦੇਖ ਸਕਦੇ ਹੋ, ਸਾਡੀ ਸੰਖਿਆ ਸੀ 527। ਹੁਣ ਆਪ ਮੈਨੂੰ ਜੋ ਹੈ ਤੁਸੀਂ ਦੇਖੋ, ਦੇਖ ਕੇ ਦੱਸੋ ਵੀ ਜੋ 527 ਹੈ ਉਹ 550 ਤੋਂ ਸੱਜੇ ਪਾਸੇ ਨੂੰ ਆਏਗਾ ਜਾਂ ਖੱਬੇ ਪਾਸੇ ਨੂੰ ਆਏਗਾ। ਦੇਖੋ 550 ਤੋਂ 527 ਛੋਟਾ ਹੁੰਦਾ ਹੈ ਨਾ, ਉਹ ਖੱਬੇ ਪਾਸੇ ਨੂੰ ਆਊਗਾ, ਠੀਕ ਹੈ। ਇਹ ਰਿਹਾ ਇਹ ਵਾਲਾ 527, ਠੀਕ ਹੈ। ਹਾਂਜੀ, ਹੁਣ ਇਹ ਜੋ 550 ਤੋਂ ਜੋ ਖੱਬੇ ਪਾਸੇ ਤੇ ਅਸੀਂ 527 ਲਿਖਿਆ ਹੈ, ਇਹ 500 ਦੇ ਨੇੜੇ ਆ ਰਿਹਾ ਹੈ, ਇਹ 500 ਦੇ ਨੇੜੇ ਆ ਰਿਹਾ ਹੈ। ਅਗਰ ਇਹ ਸੱਜੇ ਪਾਸੇ ਨੂੰ ਆਉਂਦਾ ਨਾ 550 ਦੇ, ਫਿਰ ਅਸੀਂ 600 ਲਿਖਣਾ ਸੀ ਆਪਣਾ ਆਨਸਰ। ਹੁਣ 527 ਜੋ ਹੈ ਉਹ ਖੱਬੇ ਪਾਸੇ ਨੂੰ 500 ਦੇ ਨੇੜੇ ਆ ਰਿਹਾ ਹੈ, ਤਾਂ ਦੇਖੋ ਇਹਨਾਂ ਨੇ ਆਪਣਾ ਆਨਸਰ ਲਿਖਿਆ ਹੈ, ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 500 ਹੋਵੇਗਾ। ਜੇ ਤੁਹਾਨੂੰ ਇਹ ਮੈਥਡ ਸਮਝ ਆ ਗਿਆ ਹੈ, ਥੱਲੇ ਮੈਨੂੰ ਇੱਕ ਵਾਰੀ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ ਵੀ ਸਮਝ ਆ ਗਿਆ ਹੈ ਜਾਂ ਨਹੀਂ ਆਇਆ ਹੈ। ਅਗਰ ਨਹੀਂ ਆਇਆ ਹੈ ਫਿਰ ਮੈਂ ਕਿਸੇ ਹੋਰ ਮੈਥਡ ਦੇ ਨਾਲ ਸਮਝਾਵਾਂਗਾ, ਠੀਕ ਹੈ। ਹਾਂਜੀ, ਕੁਐਸਚਨ ਨੰਬਰ 1 ਹੈ ਜੀ, ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ, ਠੀਕ ਹੈ। ਪਹਿਲਾ ਜੋ A ਪਾਰਟ ਹੈ ਇਸ ਦੇ ਵਿੱਚ ਸਾਨੂੰ ਦੇ ਰੱਖਿਆ ਹੈ 12 ਯਾਨੀ ਕਿ 12। ਚਲੋ ਜੀ ਕਰਦੇ ਹਾਂ। ਇਹਨਾਂ ਨੇ ਸਾਨੂੰ ਦੇਖ ਲਓ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰਨ ਵਾਸਤੇ ਕਿਹਾ ਹੈ, ਠੀਕ ਹੈ। ਇਟ ਮੀਨਸ ਜੋ ਇਕਾਈ ਵਾਲਾ ਅੰਕ ਹੈ, ਇਕਾਈ ਵਾਲਾ ਅੰਕ ਜੋ ਹੈ ਕਿਹੜਾ ਹੈ, ਜਿਵੇਂ 12 ਦਾ ਜੋ ਇਕਾਈ ਵਾਲਾ ਅੰਕ ਹੈ 2, ਤਾਂ ਉਸਨੂੰ ਆਪਾਂ 0 ਲਵਾਂਗੇ, ਠੀਕ ਹੈ, ਇੱਕ ਕਿਸਮ ਨਾਲ। ਹਾਂਜੀ, ਸਾਡੀ ਜੋ ਸੰਖਿਆ ਸਾਨੂੰ ਦੇ ਰੱਖੀ ਹੈ ਉਹ ਹੈ 12 ਯਾਨੀ ਕਿ 12, ਠੀਕ ਹੈ। ਹਾਂਜੀ, ਹੁਣ ਜਿਵੇਂ ਇੱਥੇ 27 ਹੈ, ਇਸ ਨੂੰ ਹਟਾ ਦਿਓ, ਠੀਕ ਹੈ। 27 ਦੀ ਜਗ੍ਹਾ ਤੇ ਅਸੀਂ ਲਿਖਾਂਗੇ ਵੀ ਜੋ ਸੰਖਿਆ 12 ਹੈ ਉਹ 10, 20 ਨੂੰ ਹਟਾ ਕੇ 10, 30 ਨੂੰ ਹਟਾ ਕੇ 20। ਹਾਂਜੀ, ਜੋ ਸੰਖਿਆ 12 ਹੈ ਉਹ 10 ਅਤੇ 20 ਦੇ ਵਿਚਕਾਰ ਆਉਂਦੀ ਹੈ, ਠੀਕ ਹੈ। ਇਹ ਸੰਖਿਆ 10 ਦੇ
ਇਹ ਸੰਖਿਆ ਇਹ ਸੰਖਿਆ 20 ਨਾਲੋਂ 10 ਦੇ ਜ਼ਿਆਦਾ ਨੇੜੇ ਹੈ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 10 ਹੋਵੇਗਾ। ਇਸ ਨੂੰ ਮੈਂ ਸਕੇਲ ਤੇ ਸਮਝਾ ਦਿੰਦਾ ਤੁਹਾਨੂੰ, ਠੀਕ ਹੈ। ਇਸ ਨੂੰ 20 ਨੂੰ ਹਟਾ ਕੇ 10 ਕਰੋ, ਕਿਉਂਕਿ ਅਸੀਂ 12 ਨੂੰ ਜੋ ਹੈ ਲੈਣਾ ਹੈ, ਠੀਕ ਹੈ। ਤੇ 30 ਨੂੰ ਹਟਾ ਕੇ 20 ਕਰੋ। ਇਹ ਥੱਲੇ ਜੋ ਇਹਨਾਂ ਨੇ ਕਾਲੀਆਂ ਮੋਟੀਆਂ ਲਾਈਨਸ ਬਣਾ ਰੱਖੀਆਂ ਨੇ, ਇਹ ਤੁਸੀਂ ਇੱਦਾਂ ਹੀ ਬਣਾਉਣੀਆਂ ਹੈ। ਹਾਂਜੀ, 10 ਤੇ 20 ਅਸੀਂ ਲੈ ਲਿਆ ਹੈ। ਹੁਣ 10 ਤੇ 20 ਦਾ ਅੱਧ ਵਿਚਕਾਰ ਕੀ ਹੋਏਗਾ? 15 ਹੋਏਗਾ, ਮੰਨਦੇ ਹੋ? ਠੀਕ ਹੈ। ਇਸ ਨੂੰ ਹਟਾ ਦਿਓ 25 ਔਰ 27 ਨੂੰ, ਠੀਕ ਹੈ। ਹਾਂਜੀ, 10 ਤੇ 20 ਦਾ ਜੋ ਅੱਧ ਵਿਚਕਾਰ ਹੈ, ਉਹ ਮਤਲਬ ਜੋ ਮਿਡ ਵਾਲੀ ਜੋ ਟਰਮ ਹੈ ਉਹ 15 ਹੋਏਗੀ। ਹੁਣ ਸਾਡੀ ਸੰਖਿਆ ਕੀ ਹੈ? 12 ਹੈ। 12 ਕਿੱਥੇ ਆਏਗਾ? ਇਹ ਜੋ ਦੂਜਾ ਨੰਬਰ ਹੈ, ਦੂਜੀ ਵਾਲੀ ਜੋ ਛੋਟੀ ਲਾਈਨ ਹੈ ਉਸ ਤੇ 12 ਆਏਗਾ, ਠੀਕ ਹੈ। ਪਹਿਲੀ ਵਾਲੀ ਛੋਟੀ ਲਾਈਨ 11 ਦੀ ਹੋ ਗਈ, ਠੀਕ ਹੈ। ਇਸ ਤੋਂ ਬਾਅਦ 13, 14, 15 ਅਸੀਂ ਲਿਖੀ ਰੱਖਿਆ ਹੈ। ਹੁਣ ਜੋ 10 ਤੇ 20 ਦੀ ਅੱਧ ਵਿਚਕਾਰ ਵਾਲੀ ਜੋ ਟਰਮ ਹੈ 15, ਇਸ ਦੇ ਖੱਬੇ ਪਾਸੇ ਨੂੰ ਜੋ ਹੈ 12 ਆ ਰਿਹਾ ਹੈ। ਤੇ ਜੋ ਖੱਬਾ ਪਾਸਾ ਹੈ, ਠੀਕ ਹੈ, ਯਾਨੀ ਕਿ ਜੋ ਲੈਫਟ ਸਾਈਡ ਹੈ ਉਹ ਜੋ ਹੈ ਇਹ 10 ਦੇ ਨੇੜੇ ਹੈ। ਇਸ ਕਰਕੇ ਸਾਡਾ ਆਨਸਰ ਆਏਗਾ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 10 ਹੋਵੇਗਾ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਅੱਗੇ ਹੈ ਜੀ 35, 98, 185, 342, 847। ਚਲੋ 35 ਤੇ 98 ਫਟਾਫਟ ਦੇਖ ਲੈਂਦੇ ਹਾਂ। ਹਾਂਜੀ, ਹੁਣ ਮੈਂ ਥੋੜਾ ਜਿਹਾ ਛੇਤੀ ਮਤਲਬ ਜੋ ਹੈ ਸਮਝਾਵਾਂਗਾ, ਕਿਉਂਕਿ ਤੁਹਾਨੂੰ ਕਨਸੈਪਟ ਜੋ ਹੈ ਸਮਝ ਆ ਚੁੱਕਿਆ ਹੈ। ਦੇਖੋ, ਸਾਡੇ ਕੋਲ ਜੋ ਸੰਖਿਆ ਹੈ ਉਹ ਹੈ 35। ਹੁਣ 35 ਜੋ ਹੈ ਉਹ ਕਿਸ ਦੇ ਵਿਚਕਾਰ ਆਏਗਾ? ਉਹ ਜੋ ਹੈ 35, 30 ਤੇ 40 ਦੇ ਵਿਚਕਾਰ ਆਏਗਾ, ਠੀਕ ਹੈ। ਅਸੀਂ ਦਹਾਈ ਵਾਲਾ ਨਿਕਟੀਕਰਨ ਕਰ ਰਹੇ ਹਾਂ ਤਾਂ ਇਕਾਈ ਦਾ ਅੰਕ ਅਸੀਂ 0 ਲੈਣਾ ਹੈ। ਹਾਂਜੀ, ਇੱਥੇ ਜੋ ਹੈ ਇੱਥੇ 30 ਹੋ ਗਿਆ, ਇੱਥੇ ਜੋ ਹੈ 40 ਹੋ ਗਿਆ, ਠੀਕ ਹੈ। ਇਹਨਾਂ ਦੇ ਵਿਚਕਾਰ ਜੋ ਹੈ ਇੱਥੇ 35 ਹੋ ਗਿਆ, ਠੀਕ ਹੈ ਜੀ। ਹਾਂਜੀ, ਸਾਡੀ ਜੋ ਸੰਖਿਆ ਹੈ ਉਹ 35 ਹੀ ਹੈ, ਠੀਕ ਹੈ। ਹੁਣ ਇਸ ਦੇ ਵਿੱਚ ਅਸੀਂ ਕੀ ਕਰੀਏ? ਇਹ ਤਾਂ ਬਿਲਕੁਲ ਮਿਡ ਦੇ ਉੱਪਰ ਹੀ ਆ ਗਿਆ, ਠੀਕ ਹੈ, ਬਿਲਕੁਲ ਹਾਫ ਦੇ ਉੱਪਰ ਹੀ ਆ ਗਿਆ ਹੈ ਇਹ, ਕਿਉਂਕਿ ਸਾਡੀ ਸੰਖਿਆ ਜੋ ਹੈ ਉਹ 35 ਹੈ। ਤੇ 30 ਔਰ 40 ਦਾ ਜੋ ਅੱਧ ਹੁੰਦਾ ਹੈ, ਜੋ ਮਿਡ ਟਰਮ ਹੁੰਦੀ ਹੈ, ਉਹ ਵੀ 35 ਹੁੰਦੀ ਹੈ। ਇਸ ਦੇ ਵਿੱਚ ਵੀ ਜੋ ਅਸੀਂ ਕਾਊਂਟ ਕਰਨਾ ਹੈ ਉਹ ਅਸੀਂ ਰਾਈਟ ਸਾਈਡ ਨੂੰ ਹੀ ਕਾਊਂਟ ਕਰਨਾ ਹੈ, ਸੱਜੇ ਪਾਸੇ ਵੱਲ ਨੂੰ ਹੀ ਵੇਖਣਾ ਹੈ। ਅਗਰ ਸੰਖਿਆ ਮਤਲਬ ਜਿਵੇਂ 35 ਆਇਆ ਹੈ, ਉਹ ਬਿਲਕੁਲ ਹਾਫ ਦੇ ਉੱਪਰ ਆ ਰਿਹਾ ਹੈ, ਠੀਕ ਹੈ, ਬਿਲਕੁਲ ਮਿਡ ਦੇ ਉੱਪਰ ਆ ਰਿਹਾ ਹੈ 30 ਔਰ 40 ਦੇ, ਤਾਂ ਵੀ ਜੋ ਹੈ ਅਸੀਂ ਸੱਜੇ ਪਾਸੇ ਵਾਲੀ ਸੰਖਿਆ ਨੂੰ ਹੀ ਜੋ ਹੈ ਕਾਊਂਟ ਕਰਾਂਗੇ। ਤਾਂ ਹੁਣ ਜੋ 35 ਹੈ ਉਹ ਸੱਜੇ ਪਾਸੇ ਨੂੰ 40 ਦੇ ਜੋ ਹੈ ਜ਼ਿਆਦਾ ਨੇੜੇ ਹੈ, ਤਾਂ ਕਰਕੇ ਸਾਡਾ ਜੋ ਆਨਸਰ ਹੈ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 40 ਹੋਵੇਗਾ। ਇੱਥੇ ਕਨਫਿਊਜ਼ ਹੋਣ ਦੀ ਜੋ ਹੈ ਕੋਈ ਜ਼ਰੂਰਤ ਨਹੀਂ ਹੈ ਵੀ ਜੋ 35 ਹੈ ਉਹ ਬਿਲਕੁਲ ਮਿਡ ਦੇ ਉੱਪਰ ਆ ਗਿਆ ਹੈ। ਤਾਂ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ? ਇਸ ਦੇ ਵਿੱਚ ਅਸੀਂ ਸੱਜੇ ਪਾਸੇ ਵਾਲਾ ਯਾਨੀ ਕਿ ਰਾਈਟ ਸਾਈਡ ਵਾਲਾ ਜੋ ਹੈ ਨੰਬਰ ਲੈਂਦੇ ਹੁੰਦੇ ਹਾਂ, ਠੀਕ ਹੈ। ਤਾਂ ਇਹਦਾ ਆਨਸਰ ਜੋ ਹੈ ਉਹ 40 ਹੋਏਗਾ। ਨੈਕਸਟ ਹੈ ਜੀ 98 ਯਾਨੀ ਕਿ 98। ਤਾਂ ਜੋ 98 ਹੈ ਉਹ 90, 90 ਅਤੇ 100 ਦੇ ਵਿਚਕਾਰ ਹੋਏਗਾ, ਠੀਕ ਹੈ। ਹਾਂਜੀ, 90 ਤੇ 100 ਦੇ ਵਿਚਕਾਰ ਹੋਏਗਾ। ਹੁਣ ਦੇਖੋ 98 ਜੋ ਹੈ ਇਹ 8ਵੀਂ ਜੋ ਛੋਟੀ ਲਾਈਨ ਹੋਏਗੀ ਇਹ ਇੱਥੇ ਆ ਰਿਹਾ ਹੋਏਗਾ, ਠੀਕ ਹੈ। ਤੇ 90 ਔਰ 100 ਦਾ ਜੋ ਹਾਫ ਹੈ ਯਾਨੀ ਕਿ ਮਿਡ ਹੈ ਉਹ ਕਿੰਨਾ ਹੁੰਦਾ ਹੈ? ਉਹ 95 ਹੁੰਦਾ ਹੈ। ਤੇ 95 ਤੋਂ ਇਹ ਸੱਜੇ ਪਾਸੇ ਆ ਰਿਹਾ ਹੈ 98, ਇਟ ਮੀਨਸ ਵੀ ਇਸ ਦਾ ਜੋ ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਉਹ 100 ਹੋਵੇਗਾ। ਇਹਦਾ ਆਨਸਰ ਜੋ ਹੈ ਉਹ 100 ਹੋਵੇਗਾ। ਅੱਗੇ ਹੈ ਜੀ 185, 342 ਤੇ 847, ਠੀਕ ਹੈ। 185, 342 ਤੇ 847, 185, 342। ਹਾਲੇ ਤੱਕ ਅਸੀਂ
ਜੋ ਕੁਐਸਚਨਸ ਕੀਤੇ ਹੈ ਉਹਨਾਂ ਦੇ ਵਿੱਚ ਸਿਰਫ ਦੋ ਹੀ ਅੰਕ ਹੈਗੇ ਸੀ, ਦੋ ਹੀ ਡਿਜਿਟਸ ਹੈਗੇ ਸੀ। ਤੇ ਅਸੀਂ ਜੋ ਹੈ ਜੋ ਇਕਾਈ ਵਾਲਾ ਅੰਕ ਸੀ ਉਸ ਨੂੰ ਜ਼ੀਰੋ ਕਰ ਰਹੇ ਸੀ, ਵਨਸ ਪਲੇਸ ਵਾਲਾ। ਦੇਖੋ ਅਗਰ ਸਾਨੂੰ ਇਹ ਕਿਹਾ ਹੈ ਵੀ ਨੇੜਲੇ ਦਹਾਈ ਵਿੱਚ ਨਿਕਟੀਕਰਨ ਕਰੋ, ਤਾਂ ਸਿਰਫ ਅਸੀਂ ਇਕਾਈ ਵਾਲਾ ਜੋ ਅੰਕ ਹੈ ਨਾ, ਇਕਾਈ ਵਾਲਾ ਵਨਸ ਪਲੇਸ ਵਾਲਾ ਜੋ ਡਿਜਿਟ ਹੈ, ਸਿਰਫ ਉਸੇ ਨੂੰ ਅਸੀਂ ਜ਼ੀਰੋ ਕਰਨਾ ਹੁੰਦਾ ਹੈ। ਠੀਕ ਹੈ, ਜਿਵੇਂ ਹੁਣ ਇਹਨਾਂ ਨੇ 185 ਕਿਹਾ ਹੈ ਨਾ, ਤਾਂ 185 ਜੋ ਹੈ ਉਹ 180 ਤੇ 190 ਇਹਦੇ ਵਿਚਕਾਰ ਆ ਰਿਹਾ ਹੋਏਗਾ। ਠੀਕ ਹੈ, ਇਹਦੇ ਵਿਚਕਾਰ ਹੀ ਆਉਂਦਾ ਹੈ 185। ਤੇ ਇੱਕ ਗੱਲ ਇੱਥੇ ਹੋਰ ਨੋਟਿਸ ਕਰਨ ਵਾਲੀ ਹੈ ਵੀ ਜਿਵੇਂ ਪਹਿਲੇ ਇੱਕ 35 ਵਾਲਾ ਕੁਐਸਚਨ ਆਇਆ ਸੀ, ਇਹ ਵੀ ਉਸੇ ਤਰ੍ਹਾਂ ਦਾ ਹੀ ਹੈ ਵੀ ਜੋ 185 ਹੈ ਉਹ 180 ਤੇ 190 ਦੇ ਬਿਲਕੁਲ ਵਿਚਕਾਰ ਆਉਂਦਾ ਹੈ, ਬਿਲਕੁਲ ਹਾਫ ਵਾਲੀ ਜੋ ਟਰਮ ਹੈ ਉਹ ਹੈ, ਮਿਡ ਦੇ ਉੱਪਰ ਟਰਮ ਹੈ। ਤਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ 35 ਦੇ ਵਿੱਚ ਵੀ ਅਸੀਂ ਸੱਜੇ ਪਾਸੇ ਵੱਲ ਨੂੰ ਜੋ ਹੈ ਦੇਖਣਾ ਹੁੰਦਾ ਹੈ। ਠੀਕ ਹੈ, ਵੀ 185 ਦਾ ਜੋ ਰਾਈਟ ਸਾਈਡ ਹੈ, ਸੱਜਾ ਪਾਸਾ ਹੈ, ਉਸ ਤਰਫ ਨੂੰ ਜੋ ਸੰਖਿਆ ਹੈ ਉਹ ਹੈ 190। ਤਾਂ ਸਾਡਾ ਆਨਸਰ ਹੋਏਗਾ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 190 ਹੋਵੇਗਾ। ਨੈਕਸਟ ਹੈ 342। 342 ਦੇਖੋ 340 ਤੇ 350 ਇਹਨਾਂ ਦੇ ਵਿਚਕਾਰ ਆ ਰਿਹਾ ਹੋਏਗਾ। ਹਾਂਜੀ, ਤੇ 342 ਜੋ ਹੈ ਇਹ ਦੂਜੀ ਵਾਲੀ ਜੋ ਛੋਟੀ ਲਾਈਨ ਹੈ ਇਸ ਦੇ ਉੱਪਰ ਆ ਰਿਹਾ ਹੋਏਗਾ 342। ਠੀਕ ਹੈ, ਹਾਂਜੀ ਇਸੇ ਤੇ ਆ ਰਿਹਾ ਹੋਏਗਾ। ਇਹ ਪਹਿਲੀ ਵਾਲੀ ਤੇ ਹੋ ਗਿਆ 341, ਇੱਦਾਂ 42, 43, 44, 45। ਤੇ ਜੋ ਹਾਫ ਵਾਲੀ ਜੋ ਲਾਈਨ ਹੈ ਉਸ ਦੇ ਉੱਪਰ ਅਸੀਂ ਲਿਖਾਂਗੇ 345। ਦੇਖੋ ਨਾ 340 ਤੇ 350 ਦੇ ਬਿਲਕੁਲ ਹਾਫ ਦੇ ਵਿੱਚ। ਠੀਕ ਹੈ, ਕਿੰਨੀ ਜੋ ਹੈ ਉਹ ਸੰਖਿਆ ਲਿਖੀ ਜਾਏਗੀ ਜਾਂ ਕਿਹੜਾ ਨੰਬਰ ਲਿਖਿਆ ਜਾਏਗਾ, 345 ਹੁੰਦਾ ਹੈ। ਠੀਕ ਹੈ, ਬਿਲਕੁਲ ਹਾਫ ਦੇ ਵਿੱਚ। ਹੁਣ 342 ਜੋ ਹੈ ਜ਼ਰਾ ਧਿਆਨ ਨਾਲ ਦੇਖੋ, ਉਹ 345 ਦੇ ਲੈਫਟ ਸਾਈਡ ਤੇ ਹੈ। ਠੀਕ ਹੈ, ਲੈਫਟ ਸਾਈਡ ਤੇ ਹੈ, ਖੱਬੇ ਪਾਸੇ ਤੇ ਹੈ। ਤਾਂ ਜੋ ਹੁਣ ਖੱਬਾ ਪਾਸਾ ਹੈ ਯਾਨੀ ਕਿ ਲੈਫਟ ਸਾਈਡ ਹੈ ਉਹ 340 ਦੇ ਨੇੜੇ ਹੈ। ਤਾਂ ਇਸ ਕਰਕੇ ਅਸੀਂ ਲਿਖਾਂਗੇ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਜੋ ਹੈ ਉਹ 340 ਹੋਵੇਗਾ। ਨੈਕਸਟ ਹੈ ਜੀ 847, 847। 847। 847 ਜੋ ਹੈ ਉਹ 840 ਤੇ 850 ਇਹਨਾਂ ਦੇ ਵਿਚਕਾਰ ਆ ਰਿਹਾ ਹੋਏਗਾ। ਠੀਕ ਹੈ, ਹਾਂਜੀ। ਤੇ 840 ਤੇ 850 ਦੀ ਜੋ ਹਾਫ ਜੋ ਟਰਮ ਹੈ, ਮਿਡ ਵਾਲੀ ਜੋ ਟਰਮ ਹੈ ਉਹ ਕਿੰਨੀ ਹੋਏਗੀ, 845 ਹੋਏਗੀ। ਤੇ ਜੋ 847 ਹੈ, 847 ਜੋ ਹੈ ਇਹ ਇੱਥੇ 7ਵੀਂ ਜੋ ਛੋਟੀ ਲਾਈਨ ਹੈ ਉਸ ਤੇ ਆ ਰਿਹਾ ਹੋਏਗਾ 847। ਠੀਕ ਹੈ, ਤਾਂ ਇਹ ਜੋ ਹੈ 845 ਦੇ ਜੋ ਹੈ ਸੱਜੇ ਪਾਸੇ ਤੇ ਹੈ, ਰਾਈਟ ਸਾਈਡ ਤੇ ਹੈ। ਤੇ ਅਗਰ ਸੱਜੇ ਪਾਸੇ ਤੇ ਹੈ ਤਾਂ ਅਸੀਂ 850 ਨੂੰ ਜੋ ਹੈ ਕਾਊਂਟ ਕਰਨਾ ਹੈ। ਠੀਕ ਹੈ, ਤਾਂ ਸਾਡਾ ਆਨਸਰ ਹੋਏਗਾ, ਇਸ ਲਈ ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 850 ਹੈ। ਹਾਂਜੀ, ਇਹ ਤਾਂ ਅਸੀਂ ਜੀ ਕੁਐਸਚਨ ਨੰਬਰ 1 ਜਿਹਦੇ ਵਿੱਚ ਅਸੀਂ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰਨਾ ਜੋ ਹੈ ਸਿੱਖਿਆ ਹੈ। ਹੁਣ ਅਸੀਂ ਕੁਐਸਚਨ ਨੰਬਰ 2 ਦੇ ਵਿੱਚ ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਜੋ ਹੈ ਕਰਨਾ ਸਿੱਖਣਾ ਹੈ। ਪਹਿਲਾਂ ਵੈਸੇ ਮੈਂ ਸਿਖਾ ਚੁੱਕਿਆ ਹਾਂ ਤੁਹਾਨੂੰ, ਇਹ ਜੋ ਉਦਾਹਰਨ 3rd ਸੀ। ਠੀਕ ਹੈ, ਇਹ ਜੋ ਤੀਜਾ ਉਦਾਹਰਨ ਸੀ 527 ਵਾਲਾ, ਇਹਦੇ ਵਿੱਚ ਅਸੀਂ ਕੀਤਾ ਹੈ। ਇਹਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ ਦਹਾਈ ਵਾਲੇ ਤੋਂ, ਜੋ ਸੈਂਕੜੇ ਵਾਲਾ ਹੈ ਨਾ, ਇਹਦੇ ਵਿੱਚ ਜੋ ਵਨਸ ਪਲੇਸ ਹੈ ਔਰ ਜੋ ਟੈਂਸ ਪਲੇਸ ਹੈ। ਠੀਕ ਹੈ, ਜੋ ਇਕਾਈ ਵਾਲਾ ਅੰਕ ਹੈ ਤੇ ਜੋ ਦਹਾਈ ਵਾਲਾ ਅੰਕ ਹੈ, ਇਹਨਾਂ ਦੋਵਾਂ ਨੂੰ ਅਸੀਂ ਜ਼ੀਰੋ ਕਰਾਂਗੇ। ਠੀਕ ਹੈ, ਜੋ ਸੈਂਕੜੇ ਵਾਲਾ ਅੰਕ ਹੈ ਉਸ ਨੂੰ ਆਪਾਂ ਐਜ਼ ਇਟ ਇਜ਼ ਰੱਖਦੇ ਹਾਂ, ਇਕਾਈ ਤੇ ਦਹਾਈ ਵਾਲੇ ਜਿਹੜੇ ਦੋਵੇਂ ਅੰਕ ਨੇ ਉਹਨਾਂ ਨੂੰ ਅਸੀਂ ਜ਼ੀਰੋ ਕਰ ਦਿੰਦੇ ਹਾਂ। ਕਿਵੇਂ, ਮੈਂ ਸਮਝਾਉਣਾ ਤੁਹਾਨੂੰ। ਜਿਵੇਂ ਪਹਿਲਾ ਸਾਡੇ ਕੋਲ ਹੈ, ਇਸ ਦੇ ਵਿੱਚ ਇਹ ਪਾਰਟ ਹੈ ਜੀ 121 ਹੈ। ਠੀਕ ਹੈ, ਇਸ ਦਾ ਅਸੀਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ 121 ਦਾ। ਚਲੋ ਕਰਦੇ ਹਾਂ। 121। 121 ਜੋ ਹੈ ਦੇਖੋ ਇਹ ਆਏਗਾ 100 ਤੇ 200 ਦੇ ਵਿਚਕਾਰ। ਠੀਕ ਹੈ, ਹੁਣ ਇੱਥੇ ਕੁਝ ਬੱਚਿਆਂ ਨੂੰ ਕਨਫਿਊਜ਼ਨ ਹੋਏਗੀ ਵੀ ਸਰ ਇੱਥੇ ਤੁਸੀਂ 120 ਔਰ 130 ਕਿਉਂ ਨਹੀਂ ਲੈ ਰਹੇ ਹੋ। ਦੇਖੋ 120 130 ਜਦ
ਅਸੀਂ ਤਾਂ ਲੈਣਾ ਹੈ ਅਗਰ ਨੇੜਲੇ ਦਹਾਈ ਵਿੱਚ ਨਿਕਟੀਕਰਨ ਕਰਦੇ ਹਾਂ। ਨੇੜਲੇ ਦਹਾਈ ਵਿੱਚ ਨਿਕਟੀਕਰਨ ਕਰਨ ਦੇ ਵਿੱਚ ਅਸੀਂ ਜੋ ਇਕਾਈ ਵਾਲਾ ਅੰਕ ਹੁੰਦਾ ਹੈ, ਵਨਸ ਪਲੇਸ ਵਾਲਾ ਜੋ ਡਿਜਿਟ ਹੁੰਦਾ ਹੈ, ਸਿਰਫ ਉਸ ਨੂੰ ਜ਼ੀਰੋ ਕਰਦੇ ਹਾਂ। ਇੱਥੇ ਕੀ ਹੈ, ਉਹਨਾਂ ਨੇ ਕਿਹਾ ਹੈ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਅਗਰ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ ਨਾ, ਤਾਂ ਉਹਦੇ ਵਾਸਤੇ ਸਾਨੂੰ ਜੋ ਵਨਸ ਪਲੇਸ ਹੈ, ਜਿਵੇਂ 1 ਆ ਗਿਆ, ਤੇ ਜੋ ਟੈਂਸ ਪਲੇਸ ਹੈ, ਯਾਨੀ ਕਿ ਦਹਾਈ ਵਾਲਾ ਅੰਕ ਹੈ, ਜਿਵੇਂ ਇੱਥੇ 2 ਹੈ, ਇਹਨਾਂ ਦੋਵਾਂ ਨੂੰ ਜ਼ੀਰੋ ਕਰਨਾ ਪਏਗਾ। ਇਹ ਡਿਫਰੈਂਸ ਹੈ ਸੈਂਕੜੇ ਵਿੱਚ ਨਿਕਟੀਕਰਨ ਦਾ ਤੇ ਦਹਾਈ ਵਿੱਚ ਨਿਕਟੀਕਰਨ ਦਾ, ਇਹ ਡਿਫਰੈਂਸ ਹੈ। ਸੈਂਕੜੇ ਵਿੱਚ ਜਦੋਂ ਤੁਸੀਂ ਨਿਕਟੀਕਰਨ ਕਰਨ ਜਾ ਰਹੇ ਹੋ, ਤੁਹਾਨੂੰ ਵਨਸ ਪਲੇਸ ਔਰ ਟੈਂਸ ਪਲੇਸ, ਇਕਾਈ ਵਾਲਾ ਅੰਕ ਤੇ ਦਹਾਈ ਵਾਲਾ ਅੰਕ, ਦੋਵਾਂ ਨੂੰ ਜ਼ੀਰੋ ਕਰਨਾ ਹੈ, ਠੀਕ ਹੈ, ਸਿਫਰ ਕਰਨਾ ਹੈ। ਇਸ ਨੂੰ ਜ਼ਰਾ ਧਿਆਨ ਨਾਲ ਸਮਝਣਾ। ਹਾਂਜੀ, ਹੁਣ ਸਾਡੀ ਜੋ ਸੰਖਿਆ ਹੈ ਉਹ ਹੈ 121, ਠੀਕ ਹੈ, ਤੇ 100 ਤੇ 200 ਦੇ ਵਿਚਕਾਰ ਇਹ ਆ ਰਹੀ ਹੋਏਗੀ। ਤੇ ਦੇਖੋ ਬਿਲਕੁਲ ਅਗਰ ਹਾਫ ਦੀ ਗੱਲ ਕਰੀਏ, 100 ਤੇ 200 ਦਾ ਹਾਫ ਕਿੰਨਾ ਹੁੰਦਾ ਹੈ, ਮਿਡ ਵਾਲਾ ਜੋ ਨੰਬਰ ਹੈ ਉਹ ਕਿੰਨਾ ਹੁੰਦਾ ਹੈ, ਉਹ 150 ਹੁੰਦਾ ਹੈ, ਠੀਕ ਹੈ, 150 ਹੁੰਦਾ ਹੈ। ਹੁਣ 121 ਜੋ ਹੈ ਉਹ ਕੁਝ ਇੱਥੇ ਆ ਰਿਹਾ ਹੋਏਗਾ, ਮੰਨਦੇ ਹੋ, ਠੀਕ ਹੈ। 100 ਦੇਖੋ, 100 ਇਹ ਹੋ ਗਿਆ, 110 ਇਹ ਹੋ ਗਿਆ, 120 ਦੂਜੀ ਵਾਲੀ ਛੋਟੀ ਲਾਈਨ ਹੋ ਗਈ, 130 ਜੋ ਹੈ ਤੀਜੀ ਵਾਲੀ ਛੋਟੀ ਲਾਈਨ ਹੋ ਗਈ। 120 ਔਰ 130 ਦੇ ਵਿਚਕਾਰ 121 ਆ ਰਿਹਾ ਹੋਏਗਾ, ਠੀਕ ਹੈ। ਪਰ 150 ਤੋਂ 150 ਤੋਂ ਇਹ ਜੋ ਹੈ ਲੈਫਟ ਸਾਈਡ ਤੇ ਹੈ। ਇਸ ਗੱਲ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰੋ, ਠੀਕ ਹੈ। ਖੱਬੇ ਪਾਸੇ ਤੇ ਹੈ 150 ਦੇ, ਲੈਫਟ ਸਾਈਡ ਤੇ ਹੈ, ਤੇ ਲੈਫਟ ਸਾਈਡ ਤੇ ਕਿਹੜੀ ਸੰਖਿਆ ਜੋ ਹੈ ਉਹ ਨੇੜੇ ਹੈ, ਉਹ 100 ਹੈ ਨੇੜੇ। ਤਾਂ ਸਾਡਾ ਆਨਸਰ ਹੋਏਗਾ, ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 100 ਹੋਵੇਗਾ। ਅਗਰ ਇਹ ਸਮਝ ਆ ਗਿਆ ਹੈ, ਮੈਨੂੰ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ, ਠੀਕ ਹੈ। ਅਗਰ ਨਹੀਂ ਆਇਆ ਹੈ ਤਾਂ ਵੀ ਜੋ ਹੈ ਮੈਨੂੰ ਦੱਸ ਦੇਣਾ, ਮੈਂ ਫਿਰ ਕਿਸੇ ਹੋਰ ਮੈਥਡ ਨਾਲ ਸਮਝਾ ਦਾਂਗਾ। ਚਲੋ ਹਾਂਜੀ, ਬੀ ਪਾਰਟ ਹੈ ਜੀ 249। ਹਾਂਜੀ, ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ ਤਾਂ ਦੇਖੋ ਅਸੀਂ ਲਵਾਂਗੇ 200 ਔਰ 300। ਮੈਂ ਫਿਰ ਦੱਸ ਰਿਹਾ ਹਾਂ, ਜਦੋਂ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ, ਇਕਾਈ ਤੇ ਦਹਾਈ ਦੋਵਾਂ ਅੰਕਾਂ ਨੂੰ ਤੁਹਾਨੂੰ ਜ਼ੀਰੋ ਲੈਣਾ ਹੁੰਦਾ ਹੈ। ਇਸ ਨੂੰ 249 ਨੂੰ ਇਹ ਨਾ ਕਰ ਦੇਣਾ ਵੀ 240 ਤੇ 250 ਦੇ ਵਿੱਚ ਲੈ ਲਓ, ਉਹ ਤੁਹਾਡਾ ਦਹਾਈ ਵਾਲਾ ਨਿਕਟੀਕਰਨ ਹੋਏਗਾ, ਕਿਉਂਕਿ ਉਸ 'ਚ ਸਿਰਫ ਤੁਸੀਂ ਇਕਾਈ ਦਾ ਅੰਕ ਜ਼ੀਰੋ ਕਰ ਰਹੇ ਹੋ। ਇੱਥੇ ਤੁਸੀਂ ਸੈਂਕੜੇ ਵਾਲਾ ਨਿਕਟੀਕਰਨ ਕਰਨਾ ਹੈ। ਸੈਂਕੜੇ ਵਾਲੇ ਨਿਕਟੀਕਰਨ ਵਾਸਤੇ ਇਕਾਈ ਤੇ ਦਹਾਈ ਦੋਵਾਂ ਅੰਕਾਂ ਨੂੰ ਜ਼ੀਰੋ ਲੈਣਾ ਪੈਂਦਾ ਹੈ। ਹਾਂਜੀ, 249 ਜੋ ਹੈ, ਦੇਖੋ 200 ਤੇ 300 ਦੇ ਵਿਚਕਾਰ ਆਏਗਾ, ਤੇ ਅਗਰ ਮੈਂ ਮਿਡ ਦੀ ਟਰਮ ਦੀ ਗੱਲ ਕਰਾਂ ਤਾਂ ਉਹ ਹੋਏਗੀ 250, ਯਾਨੀ ਕਿ 250। ਹੁਣ 249 ਜੋ ਹੈ 250 ਤੋਂ ਸਿਰਫ ਇੱਕ ਜੋ ਹੈ, ਸਿਰਫ ਇੱਕ ਦਾ ਫਰਕ ਹੈ, ਠੀਕ ਹੈ। ਤਾਂ ਇਹ ਦੇਖੋ ਇੱਥੇ ਆਏਗਾ 210 ਪਹਿਲੀ ਛੋਟੀ ਲਾਈਨ ਤੇ, ਫਿਰ 220, 230, 240, 249, ਇਹ ਇੱਥੇ ਜੋ ਹੈ 249 ਜੋ ਹੈ ਆਏਗਾ, ਠੀਕ ਹੈ। ਪਰ ਆਏਗਾ 250 ਤੋਂ ਖੱਬੇ ਪਾਸੇ ਨੂੰ, ਲੈਫਟ ਸਾਈਡ ਨੂੰ, ਠੀਕ ਹੈ, ਇਸ ਪਾਸੇ ਨੂੰ ਆਏਗਾ। ਦੇਖੋ ਸਿਰਫ ਇੱਕ ਘੱਟ ਹੈ 250 ਤੋਂ 249, ਸਿਰਫ ਇੱਕ ਘੱਟ ਹੈ, ਠੀਕ ਹੈ, ਬਸ 1 ਲੈਸ ਹੈ 250 ਤੋਂ। ਪਰ ਇਹ ਕਿਉਂਕਿ ਖੱਬੇ ਪਾਸੇ ਨੂੰ ਰਿਹਾ ਹੈ, ਲੈਫਟ ਸਾਈਡ ਤੇ ਰਿਹਾ ਹੈ, ਇਸ ਕਰਕੇ ਅਸੀਂ ਆਪਣਾ ਆਨਸਰ 200 ਹੀ ਲਿਖਾਂਗੇ। ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 200 ਹੋਵੇਗਾ। ਹਾਂਜੀ, ਅੱਗੇ ਸੀ ਪਾਰਟ ਹੈ ਜੀ 389, ਫਿਰ ਡੀ ਪਾਰਟ ਹੈ ਜੀ 210, ਠੀਕ ਹੈ, 389 ਤੇ 210। ਹਾਂਜੀ, 389 ਜੋ ਹੈ ਉਹ 300 ਤੇ 400 ਦੇ ਵਿਚਕਾਰ ਆਏਗਾ, ਠੀਕ ਹੈ। ਤੇ ਅਗਰ ਮੈਂ ਹਾਫ ਵਾਲੀ ਟਰਮ ਦੀ ਗੱਲ ਕਰਾਂ, ਉਹ ਹੋਏਗੀ 350। ਹੁਣ ਜੋ 389 ਹੈ ਉਹ ਤੁਹਾਡਾ ਦੇਖੋ 8ਵੀਂ ਲਾਈਨ ਤੇ ਹੋਏਗਾ 380, 9ਵੀਂ ਲਾਈਨ ਤੇ ਹੋਏਗਾ 390। ਹੁਣ 380 ਤੇ 390 ਦੇ ਵਿਚਕਾਰ ਆਏਗਾ 389, ਠੀਕ ਹੈ। ਅਸੀਂ ਬਸ ਇਹ ਨੋਟਿਸ ਕਰਨਾ ਹੈ ਵੀ
ਇਹ ਜੋ ਹੈ 350 ਦੇ ਜੋ ਹਾਫ ਵਾਲੀ ਜੋ ਟਰਮ ਹੈ ਉਸਦੇ ਲੈਫਟ ਸਾਈਡ ਤੇ ਹੈ ਜਾਂ ਰਾਈਟ ਸਾਈਡ ਤੇ? ਰਾਈਟ ਸਾਈਡ ਤੇ ਹੈ, ਤਾਂ ਰਾਈਟ ਸਾਈਡ ਤੇ ਜੋ 400 ਹੈ ਉਹ ਇਸ ਦਾ ਨੇੜਲੇ ਵਾਲਾ ਜੋ ਹੈ ਸੈਂਕੜੇ ਵਾਲਾ ਨਿਕਟੀਕਰਨ ਹੋਏਗਾ। ਠੀਕ ਹੈ, ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 400 ਹੋਵੇਗਾ। ਹਾਂਜੀ, ਅਗਲਾ ਜੋ ਨੰਬਰ ਹੈ, ਸੰਖਿਆ ਹੈ, ਉਹ ਹੈ 210। 210 200 ਤੇ 300 ਦੇ ਵਿਚਕਾਰ ਆਏਗੀ। ਠੀਕ ਹੈ, 210 ਇੱਥੇ ਹੋਏਗਾ ਤੇ ਇਹਨਾਂ ਦੇ ਬਿਲਕੁਲ ਵਿਚਕਾਰ 250 ਹੋਏਗਾ। 210 250 ਦੇ ਲੈਫਟ ਸਾਈਡ ਤੇ ਹੈ, ਖੱਬੇ ਪਾਸੇ ਨੂੰ ਹੈ, ਇਸ ਕਰਕੇ ਅਸੀਂ ਇਸ ਦੀ ਨੇੜਲੀ ਜੋ ਨਿਕਟੀਕਰਨ ਵਾਲੀ ਸੈਂਕੜੇ ਵਾਲੀ ਸੰਖਿਆ ਹੈ ਉਹ 200 ਲਵਾਂਗੇ। ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 200 ਹੋਵੇਗਾ। ਅੱਗੇ ਹੈ ਜੀ 897 ਤੇ 850। 897 ਤੇ 850। 897 ਤੇ 850। 897 800 ਤੇ 900 ਦੇ ਵਿਚਕਾਰ ਆਏਗਾ। 800 ਤੇ 900 ਦਾ ਜੋ ਹਾਫ ਹੈ ਉਹ ਹੋਏਗਾ 850। ਹਾਂਜੀ, ਹੁਣ 897 ਇਹ ਤਾਂ ਬਿਲਕੁਲ ਹੀ 900 ਦੇ ਨੇੜੇ ਹੀ ਆ ਗਿਆ। ਠੀਕ ਹੈ, ਇਹ ਤਾਂ ਕੁਝ ਇੱਥੇ ਲਿਖਿਆ ਜਾਏਗਾ 897। ਠੀਕ ਹੈ, 900 ਤੋਂ ਪਹਿਲੇ ਆਏਗਾ ਤੇ ਜੋ ਨੌਵੀਂ ਜੋ ਛੋਟੀ ਲਾਈਨ ਹੁੰਦੀ ਹੈ 890 ਦੀ ਹੋਏਗੀ, ਉਸ ਤੋਂ ਅੱਗੇ ਆਏਗਾ। ਠੀਕ ਹੈ, ਹਾਂਜੀ, ਚਲੋ ਇੰਨਾ ਸਾਨੂੰ ਜੋ ਹੈ ਮਤਲਬ ਨਹੀਂ ਵੇਖਣਾ ਹੈ, ਬਸ ਅਸੀਂ ਇਹ ਨੋਟਿਸ ਕਰਨਾ ਹੈ ਵੀ 897 ਜੋ ਇਹ ਮਿਡ ਵਾਲੀ ਜੋ ਟਰਮ ਹੈ 850 ਦੇ ਰਾਈਟ ਸਾਈਡ ਤੇ ਆ ਰਿਹਾ ਹੈ, ਸੱਜੇ ਪਾਸੇ ਨੂੰ ਆ ਰਿਹਾ ਹੈ, ਤਾਂ ਇਹ ਜੋ ਹੈ 900 ਦੇ ਨੇੜੇ ਹੋਵੇਗਾ। ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 900 ਹੋਵੇਗਾ। ਹਾਂਜੀ, ਨੈਕਸਟ ਹੈ ਜੀ 850। 850 ਵਾਸਤੇ ਅਸੀਂ ਲਵਾਂਗੇ 800 ਤੇ 900। ਹਾਂਜੀ, ਬਿਲਕੁਲ ਇਹਦੇ ਮਿਡ ਦੇ ਵਿੱਚ 850 ਆਏਗਾ ਜੀ। ਠੀਕ ਹੈ, ਇਦਾਂ ਦੇ ਅਸੀਂ ਪਹਿਲਾਂ ਵੀ ਦੋ ਕੇਸ ਕਰ ਚੁੱਕੇ ਹਾਂ, ਇੱਕ 35 ਵਾਲਾ ਕੇਸ ਕੀਤਾ ਸੀ ਤੇ ਇੱਕ ਹੋਰ ਕੀਤਾ ਸੀ। ਠੀਕ ਹੈ, ਇਹ ਵੀ ਜੋ ਹੈ ਬਿਲਕੁਲ ਮਿਡ ਦੇ ਉੱਪਰ ਆ ਗਿਆ ਹੈ, ਹਾਫ ਦੇ ਉੱਪਰ ਆ ਗਿਆ ਹੈ। ਇੱਥੇ ਕਨਫਿਊਜ਼ ਹੋਣ ਦੀ ਜੋ ਹੈ ਕੋਈ ਜ਼ਰੂਰਤ ਨਹੀਂ ਹੈ, ਮੈਂ ਪਹਿਲਾਂ ਵੀ ਦੱਸਿਆ ਹੈ, ਅਗਰ ਹਾਫ ਦੇ ਉੱਪਰ ਵੀ ਆ ਰਿਹਾ ਹੈ ਨੰਬਰ ਤਾਂ ਅਸੀਂ ਸੱਜੇ ਪਾਸੇ ਨੂੰ ਦੇਖਣਾ ਹੈ। ਠੀਕ ਹੈ, ਰਾਈਟ ਸਾਈਡ ਨੂੰ ਦੇਖਣਾ ਹੈ, ਉਸ ਵਕਤ ਅਸੀਂ ਲੈਫਟ ਸਾਈਡ ਵੱਲ ਨਹੀਂ ਦੇਖਣਾ। ਠੀਕ ਹੈ, ਸੱਜੇ ਪਾਸੇ ਨੂੰ ਹੀ ਦੇਖਣਾ ਹੈ। 850 ਦਾ ਜੋ ਸੈਂਕੜੇ ਵਿੱਚ ਨਿਕਟੀਕਰਨ ਹੋਏਗਾ ਉਹ 900 ਹੀ ਅਸੀਂ ਜੋ ਹੈ ਲੈਣਾ ਹੈ। ਠੀਕ ਹੈ, ਇਸ ਲਈ ਇਸ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 900 ਹੋਵੇਗਾ। ਹਾਂਜੀ, ਇਸ ਦੇ ਨਾਲ ਹੀ ਸਾਡਾ ਕੁਐਸਚਨ ਨੰਬਰ 1 ਤੇ ਕੁਐਸਚਨ ਨੰਬਰ 2 ਇਹ ਦੋਵੇਂ ਅਸੀਂ ਜੋ ਹੈ ਕਰ ਲਏ ਹੈ। ਹੁਣ ਠੀਕ ਗਲਤ ਰਹਿ ਗਏ ਹੈ, ਚਲੋ ਦੇਖ ਲੈਂਦੇ ਹਾਂ ਜੀ। ਹਾਂਜੀ, ਇਹ ਪਾਰਟ ਦੇ ਵਿੱਚ ਇਹ ਸਾਨੂੰ ਕਹਿ ਰਹੇ ਹੈ 29 ਦੀ ਨੇੜਲੀ ਦਹਾਈ 20 ਹੈ। 29 ਦੀ ਨੇੜਲੀ ਦਹਾਈ 20 ਹੈ। ਮੈਂ ਤੁਹਾਨੂੰ ਇੱਥੇ ਹੀ ਕਰਕੇ ਦਿਖਾ ਦਿੰਦਾ। ਇਹ ਹੋ ਗਿਆ, ਇਹਨਾਂ ਨੇ ਦਹਾਈ ਕਿਹਾ ਹੈ ਨਾ, ਤਾਂ 29 ਸਾਡੀ ਸੰਖਿਆ ਹੈ, ਤਾਂ ਇਹ 20 ਔਰ ਇਹ ਜੋ ਹੈ 30 ਦੇ ਵਿਚਕਾਰ ਆਏਗੀ। ਠੀਕ ਹੈ, ਬਿਲਕੁਲ ਮਿਡਲ ਦੇ ਵਿੱਚ ਅਗਰ ਅਸੀਂ ਟਰਮ ਲਈਏ ਤਾਂ ਉਹ ਹੋਏਗੀ 25। ਠੀਕ ਹੈ, ਹਾਂਜੀ, ਤੇ ਸਾਡੀ ਸੰਖਿਆ ਹੈ 29। 29 ਕੁਝ ਇੱਥੇ ਆ ਰਿਹਾ ਹੋਏਗਾ। ਠੀਕ ਹੈ, ਤਾਂ 25 ਤੋਂ ਰਾਈਟ ਸਾਈਡ ਤੇ ਆ ਰਿਹਾ ਹੈ, ਤਾਂ ਇਸ ਦੀ ਜੋ ਨੇੜਲੀ ਦਹਾਈ ਹੋਏਗੀ ਉਹ ਤਾਂ 30 ਹੋਏਗੀ। ਠੀਕ ਹੈ, ਇਹ ਸਾਨੂੰ ਕਹਿ ਰਹੇ ਆ ਵੀ 29 ਦੀ ਨੇੜਲੀ ਦਹਾਈ 20 ਹੈ, ਇਹ ਤਾਂ ਗਲਤ ਹੋ ਗਿਆ। 29 ਦੀ ਨੇੜਲੀ ਦਹਾਈ ਤਾਂ ਉਹ ਤਾਂ 30 ਹੋਈ। ਠੀਕ ਹੈ, ਤਾਂ ਇਹ ਜੋ ਹੈ ਗਲਤ ਹੈ, ਇਹ ਜੋ ਹੈ ਗਲਤ ਹੈ। ਹਾਂਜੀ, 870 ਦਾ ਨੇੜਲਾ ਸੈਂਕੜਾ 900 ਹੈ। 870 ਦਾ ਨੇੜਲਾ ਸੈਂਕੜਾ ਕਹਿ ਰਹੇ ਹਾਂ। ਠੀਕ ਹੈ, 870 ਵਾਸਤੇ ਸਾਨੂੰ 800 ਤੇ 900 ਲੈਣਾ ਪਏਗਾ। ਦੇਖੋ ਇੱਥੇ ਕਿਉਂਕਿ ਸੈਂਕੜੇ ਦੀ ਗੱਲ ਹੋ ਰਹੀ ਹੈ ਨਾ,
ਤੇ ਤਾਂ ਕਰਕੇ ਸਾਨੂੰ ਇਕਾਈ ਤੇ ਦਹਾਈ ਦੋਵੇਂ ਅੰਕਾਂ ਨੂੰ ਜ਼ੀਰੋ ਲੈਣਾ ਹੈ। ਫਰਕ ਸਮਝੋ, ਠੀਕ ਹੈ। ਜੋ 29 ਸੀ ਨਾ, ਉਹਦੇ ਵਾਸਤੇ ਮੈਂ 20 ਔਰ 30 ਲਿੱਤੇ ਸੀ, ਇਕਾਈ ਦਾ ਅੰਕ ਜ਼ੀਰੋ ਰੱਖਿਆ ਸੀ ਉਸ ਦੇ ਵਿੱਚ। ਇੱਥੇ ਇਹ ਸੈਂਕੜਾ ਕਹਿ ਰਹੇ ਹਨ, ਨੇੜਲਾ ਸੈਂਕੜਾ, ਠੀਕ ਹੈ। ਤੁਸੀਂ ਦੇਖਣਾ ਹੈ ਵੀ ਤੁਹਾਨੂੰ ਨਿਕਟੀਕਰਨ ਕਿਸ ਵਾਸਤੇ ਕਹਿ ਰਹੇ ਹੋ। ਨੇੜਲੇ ਦਹਾਈ ਵਾਸਤੇ ਤੁਹਾਨੂੰ ਜੋ ਇਕਾਈ ਵਾਲਾ ਅੰਕ ਹੈ ਉਹ ਜ਼ੀਰੋ ਕਰਨਾ ਹੈ, ਨੇੜਲੇ ਸੈਂਕੜੇ ਵਾਸਤੇ ਤੁਹਾਨੂੰ ਇਕਾਈ ਔਰ ਦਹਾਈ ਦੋਵੇਂ ਅੰਕਾਂ ਨੂੰ ਜ਼ੀਰੋ ਕਰਨਾ ਹੈ। ਔਰ ਅਗਲੀ ਜੋ 5ਵੀਂ ਜਮਾਤ ਹੈ ਉਸ ਦੇ ਵਿੱਚ ਤੁਹਾਡੇ ਕੋਲ ਜੋ ਹੈ ਨੇੜਲੇ 1000 ਤੇ 10,000 ਵਾਲਾ ਆਏਗਾ, ਠੀਕ ਹੈ। ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਾਂ। ਨੇੜਲੇ 1000 ਵਾਸਤੇ ਅਸੀਂ ਇਕਾਈ ਦਹਾਈ ਸੈਂਕੜਾ ਤਿੰਨੋਂ ਅੰਕਾਂ ਨੂੰ ਜ਼ੀਰੋ ਕਰਦੇ ਹਾਂ। ਨੇੜਲੇ 10,000 ਵਾਸਤੇ ਅਸੀਂ ਜੋ ਹੈ ਇਕਾਈ ਦਹਾਈ ਸੈਂਕੜਾ 1000 ਇਹਨਾਂ ਚਾਰਾਂ ਅੰਕਾਂ ਨੂੰ ਜ਼ੀਰੋ ਕਰਦੇ ਹਾਂ। ਇਹ 5ਵੀਂ ਜਮਾਤ ਦੇ ਵਿੱਚ ਮੈਂ ਤੁਹਾਨੂੰ ਕਰਵਾਵਾਂਗਾ, ਠੀਕ ਹੈ। 870 ਦਾ ਨੇੜਲਾ ਸੈਂਕੜਾ 900 ਹੈ। ਦੇਖੋ 800 900 ਅਸੀਂ ਜੋ ਹੈ ਲੈ ਲਿਆ ਹੈ ਤੇ ਇਹਦਾ ਬਿਲਕੁਲ ਮਿਡ ਦੇ ਵਿੱਚ ਹੋਏਗਾ 850। ਇਹ ਉੱਪਰ ਵੈਸੇ ਲਿਖਿਆ ਵੀ ਹੋਇਆ 850। 800 ਤੇ 900 ਦਾ 900 ਦੀ ਹਾਫ ਜੋ ਅਗਰ ਟਰਮ ਹੈ ਬਿਲਕੁਲ ਅੱਧ ਵਿਚਕਾਰ ਦੇ ਵਿੱਚ ਮਿਡ ਦੇ ਵਿੱਚ ਕਿਹੜੀ ਟਰਮ ਆਏਗੀ? 850 ਹੀ ਆਏਗੀ ਨਾ। ਤੇ ਸਾਡੀ ਸੰਖਿਆ ਕਿਹੜੀ ਹੈ? 870 ਹੈ। 870 ਤਾਂ ਤੁਹਾਡਾ ਇਹ ਜੋ ਹੈ 850 ਦੇ ਰਾਈਟ ਸਾਈਡ ਤੇ ਆ ਰਿਹਾ ਹੋਏਗਾ, ਠੀਕ ਹੈ। ਤੇ ਰਾਈਟ ਸਾਈਡ ਤੇ ਆ ਰਿਹਾ ਹੈ ਤਾਂ ਅਸੀਂ ਜੋ ਹੈ ਜੋ ਸੱਜੇ ਪਾਸੇ ਵਾਲੀ ਜੋ ਸੰਖਿਆ ਹੈ ਉਸ ਨੂੰ ਜੋ ਹੈ ਲੈਣਾ ਹੁੰਦਾ ਹੈ। ਤਾਂ 900 ਜੋ ਹੈ ਇਸ ਦਾ ਨੇੜਲਾ ਸੈਂਕੜਾ ਹੋਏਗਾ। 870 ਦਾ ਨੇੜਲਾ ਸੈਂਕੜਾ 900 ਹੈ। ਇਹ ਬਿਲਕੁਲ ਸਹੀ ਹੈ, ਇਹ ਬਿਲਕੁਲ ਸਹੀ ਹੈ। ਹਾਂਜੀ, ਸੀ ਪਾਰਟ ਹੈ ਜੀ 56 ਦੀ ਨੇੜਲੀ ਦਹਾਈ 50 ਹੈ। ਦੇਖੋ 56 ਦੀ ਗੱਲ ਹੋ ਰਹੀ ਹੈ ਔਰ ਦਹਾਈ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਜੋ ਹੈ 50 ਤੇ 60 ਲਵਾਂਗੇ, ਸਿਰਫ ਇਕਾਈ ਦਾ ਅੰਕ ਜ਼ੀਰੋ ਕਰਾਂਗੇ। ਹਾਂਜੀ, ਇਹਨਾਂ ਦੋਵਾਂ ਦੇ ਵਿਚਕਾਰ ਹੋਏਗਾ ਜੀ 55, ਠੀਕ ਹੈ। ਜੋ ਹਾਫ ਵਾਲੀ ਜੋ ਟਰਮ ਹੈ ਉਹ ਹੋਏਗੀ 55। ਸਾਡੀ ਸੰਖਿਆ ਕਿਹੜੀ ਹੈ? 56 ਹੈ, ਠੀਕ ਹੈ, 56 ਹੈ। ਇਹ 55 ਦੇ ਸੱਜੇ ਪਾਸੇ ਨੂੰ ਰਾਈਟ ਸਾਈਡ ਨੂੰ ਆ ਰਹੀ ਹੈ ਤਾਂ ਇਸ ਦੀ ਜੋ ਨੇੜਲੀ ਦਹਾਈ ਹੈ ਉਹ ਤਾਂ ਹੋਏਗੀ 60। ਪਰ ਇੱਥੇ ਕੀ ਕਹਿ ਰਹੇ ਹੈ? ਇੱਥੇ ਕਹਿ ਰਹੇ 56 ਦੀ ਨੇੜਲੀ ਦਹਾਈ 50 ਹੈ। ਇਹ ਜੋ ਹੈ ਗਲਤ ਹੈ, ਠੀਕ ਹੈ। 56 ਦੀ ਨੇੜਲੀ ਦਹਾਈ 60 ਹੈ ਤਾਂ ਇਹ ਜੋ ਹੈ ਗਲਤ ਹੋ ਗਿਆ। ਅੱਗੇ ਡੀ ਪਾਰਟ ਹੈ ਜੀ 789 ਦੀ ਨੇੜਲੀ ਦਹਾਈ 780 ਹੈ। ਇਹਨਾਂ ਨੇ ਨੇੜਲੀ ਦਹਾਈ ਕਹੀ ਹੈ, ਠੀਕ ਹੈ। ਨੇੜਲਾ ਸੈਂਕੜਾ ਨਹੀਂ ਕਿਹਾ ਹੈ। ਸੈਂਕੜੇ ਵਾਸਤੇ ਅਸੀਂ ਫਿਰ 700 ਤੇ 800 ਲੈਂਦੇ, ਕਿਉਂਕਿ ਨੇੜਲੀ ਦਹਾਈ ਕਹੀ ਹੈ ਤਾਂ ਫਿਰ ਅਸੀਂ 780 ਤੇ 790 ਲਵਾਂਗੇ ਇਸ ਦੇ ਵਿੱਚ। 780 790 ਇਹਦੇ ਬਿਲਕੁਲ ਵਿਚਕਾਰ ਆਏਗਾ 785। 785 ਸਾਡੀ ਜੋ ਸੰਖਿਆ ਹੈ, ਜੋ ਨੰਬਰ ਹੈ ਉਹ ਹੈ 789। ਇਹ ਤਾਂ ਬਿਲਕੁਲ ਹੀ ਜੋ ਹੈ 790 ਦੇ ਨੇੜੇ ਆ ਰਿਹਾ ਹੈ। ਹਾਂਜੀ, 789 ਜੋ ਹੈ 785 ਦੇ ਸੱਜੇ ਪਾਸੇ ਨੂੰ ਹੈ, ਰਾਈਟ ਸਾਈਡ ਨੂੰ ਹੈ ਤਾਂ ਇਸ ਕਰਕੇ ਇਹਦਾ ਜੋ ਨੇੜਲੀ ਦਹਾਈ ਹੈ ਉਹ 790 ਹੋਏਗੀ, 90 ਹੋਏਗੀ। ਇਹ ਕੀ ਕਹਿ ਰਹੇ ਹੈ? ਇਹ ਕਹਿ ਰਹੇ हैं 789 ਦੀ ਨੇੜਲੀ ਦਹਾਈ 780 ਹੈ ਤਾਂ ਇਹ ਜੋ ਹੈ ਗਲਤ ਹੈ। ਹਾਂਜੀ, ਅਗਲਾ ਜੋ ਹੈ ਈ ਪਾर्ट है 951 ਦਾ ਨੇੜਲਾ ਸੈਂਕੜਾ 1000 ਹੈ। 951 ਇਹਨਾਂ ਨੇ ਸੈਂਕੜਾ ਕਿਹਾ ਹੈ ਤਾਂ ਅਸੀਂ 900 ਤੇ 1000 ਲਵਾਂਗੇ, ਠੀਕ ਹੈ। ਇਕਾਈ ਤੇ ਦਹਾਈ ਦੋਵੇਂ ਅੰਕਾਂ ਨੂੰ ਸਾਨੂੰ ਜੋ ਹੈ ਜ਼ੀਰੋ ਲੈਣਾ ਹੈ। 951 ਇਹਨਾਂ ਦੇ ਵਿਚਕਾਰ ਬਿਲਕੁਲ ਜੋ ਹੈ ਮਿਡ ਦੇ ਵਿੱਚ ਆਏਗਾ 950, 950, ਠੀਕ ਹੈ। ਹਾਂਜੀ, 951 ਜੋ ਹੈ ਉਹ 950 ਤੋਂ ਸੱਜੇ ਪਾਸੇ ਨੂੰ ਹੋਏਗਾ, ਰਾਈਟ ਸਾਈਡ ਨੂੰ ਹੋਏਗਾ। 951 950 ਦੇ ਸੱਜੇ ਪਾਸੇ ਨੂੰ ਰਾਈਟ ਸਾਈਡ ਨੂੰ ਆ ਰਿਹਾ ਹੈ ਤਾਂ ਇਸ ਕਰਕੇ ਇਸ ਦਾ ਜੋ ਨੇੜਲਾ ਸੈਂਕੜਾ ਹੈ ਉਹ 1000 ਹੋਏਗਾ, ਠੀਕ ਹੈ। 951 ਦਾ ਨੇੜਲਾ ਸੈਂਕੜਾ 1000 ਹੈ, ਇਹ ਜੋ ਹੈ ਸਹੀ ਹੈ। ਅਗਰ ਤੁਹਾਨੂੰ ਕੁਝ ਸਮਝ ਨਹੀਂ ਆਇਆ ਹੈ ਮੈਨੂੰ ਜੋ ਹੈ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ ਵੀ ਜੋ ਮੈਂ ਤੁਹਾਨੂੰ ਸਮਝਾਇਆ ਹੈ ਉਹ ਸਮਝ ਆਇਆ ਹੈ ਜਾਂ ਨਹੀਂ ਆਇਆ ਹੈ।